ਅਸੀਂ ਜਦੋਂ ਗੁਰੂ ਰਾਮਦਾਸ ਜੀ ਦੀ ਸਿਫਤ ਕਰਨੇ ਖਾਂ ਤੇ ਰਾਤ ਮੈਂ ਅਰਜ਼ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ 3 ਥਾਵਾਂ ਤੇ ਗੁਰੂ ਰਾਮਦਾਸ ਜੀ ਦੀ ਸਿਫਤ ਦੇ ਬੋਲ ਮਿਲਦੇ ਆ। ਉਹਨਾਂ ਦੀ ਸਿਫਤ ਵੀ ਜਿਹੜੇ ਕਹੇ ਗਏ ਆ ਉਸ ਵਿੱਚ ਉਹ 3 ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਨੇ। 2 ਤਾਂ ਨੇ ਜੀ ਰਾਮਕਲੀ ਰਾਗ ਦੇ ਵਿੱਚ ਹੀ, ਤੇ ਇਹਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ ਕਿ ਰਾਤ ਨੂੰ ਮੈਂ ਅਰਜ਼ ਕੀਤੀ, ਮੰਨ ਲਓ ਕਿਸੇ ਕਵੀ ਦੀ ਉਦਾਹਰਨ ਮੈਂ ਲਾਂਗਾ ਜਾਂ ਗੁਰੂ ਕਾਲ ਤੋਂ ਬਾਅਦ ਹੋਇਆ ਕੋਈ ਸੱਜਣ ਸਤਿਗੁਰਾਂ ਦੇ ਜੀਵਨ ਬਾਰੇ ਲਿਖਦਾ ਹੈ, ਅਸੀਂ ਉਹਦੀ ਉਦਾਹਰਨ ਲਵਾਂਗੇ। ਪਰ ਸਾਡੇ ਕੋਲ ਸਭ ਤੋਂ ਵੱਡੀ ਗਵਾਹੀ ਜੋ ਹੈ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੈ। ਤੇ ਸਿੱਖ ਵਾਸਤੇ ਬਾਣੀ ਤੋਂ ਉੱਪਰ, ਧੁਰ ਕੀ ਬਾਣੀ ਤੋਂ ਉੱਪਰ ਹੋਰ ਸਿਰੇ ਦੀ ਕੋਈ ਬਾਤ ਨਹੀਂ। ਸਿੱਖ ਲਈ ਸਰੇਸ਼ਟ ਸਰਵੋਤਮ ਸਰਬ ਉੱਚ ਕੇਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਉਂਝ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੀ ਸਾਨੂੰ ਆਨੰਦ ਸਾਹਿਬ ਦੀ ਬਾਣੀ ਵਿੱਚ ਇਸ ਗੱਲ ਵੱਲ ਇਸ਼ਾਰਾ ਵੀ ਕਰ ਦਿੱਤਾ। ਅਸੀਂ ਪਾਠ ਕਰਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਅਰਥ ਬੜੇ ਸਰਲ ਨੇ। हे ਗੁਰੂ ਕੇ ਪਿਆਰੇ ਗੁਰਸਿੱਖੋ ਆਓ ਤੇ ਪਰਮਾਤਮਾ ਦੀ ਸੱਚੀ ਬਾਣੀ ਦਾ ਕੀਰਤਨ ਕਰੋ, ਉਹਨੂੰ ਬਾਣੀ ਨੂੰ ਗਾਓ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਅੱਗੇ ਬਾਣੀ ਤਾਂ ਗਾਵੋ ਗੁਰੂ ਕੇਰੀ, ਫਿਰ ਕਿਆ ਭਾਈ ਗੁਰੂ ਕੀ ਬਾਣੀ ਗਾਓ। ਤੇ ਅਗਲੀ ਜਿਹੜਾ ਬਚਨ ਹੈ ਉਹ ਹੈ ਬਾਣੀਆਂ ਸਿਰ ਬਾਣੀ। ਬਾਣੀ ਦਾ ਲਫ਼ਜ਼ੀ ਅਰਥ ਵੈਸੇ ਬੋਲ ਹੁੰਦਾ ਹੈ। ਸੰਸਕ੍ਰਿਤ ਵਿੱਚ ਇਹ ਸ਼ਬਦ ਹੈ ਵਾਣੀ। ਦੇਵਨਾਗਰੀ ਵਿੱਚ ਵੀ ਇਹ ਸ਼ਬਦ ਸੰਸਕ੍ਰਿਤ ਤੋਂ ਆਇਆ ਵਾਣੀ। ਬਾਣੀ ਦੇ ਲਫ਼ਜ਼ੀ ਅਰਥ ਵੈਸੇ ਬੋਲ ਨੇ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਵਾਵੇ ਦੀ ਥਾਂ ਤੇ ਸਤਿਗੁਰਾਂ ਨੇ ਜ਼ਿਆਦਾ ਸ਼ਬਦ ਬੱਬੇ ਰਾਹੀਂ ਵਰਤਿਆ ਬਾਣੀ। ਤੇ ਆਪ ਸਭ ਨੂੰ ਪਤਾ ਹੈ ਕਿ ਬੋਲ ਸੱਚ ਵੀ ਹੁੰਦਾ ਹੈ ਤੇ ਬੋਲ ਝੂਠ ਵੀ ਹੁੰਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਬਾਣੀ ਨਾਲ ਸੱਚੀ ਸ਼ਬਦ ਵੀ ਆਇਆ ਹੈ ਤੇ ਬਾਣੀ ਦੇ ਨਾਲ ਕੱਚ ਸ਼ਬਦ ਵੀ ਆਇਆ ਹੈ। ਜਿਵੇਂ ਹੁਣੇ ਮੈਂ ਪਾਠ ਕੀਤਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਸ ਤੋਂ ਅਗਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਆ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਇਹਦਾ ਮਤਲਬ ਬਾਣੀ ਨਾਲ ਸ਼ਬਦ ਕੱਚੀ ਵੀ ਆਇਆ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕੱਚੀ ਬਾਣੀ, ਹੋਰ ਕੱਚੀ ਬਾਣੀ। ਮੇਰੇ ਕਹਿਣ ਤੋਂ ਮੁਰਾਦ ਸੀ ਬਾਣੀ ਦੇ ਲਫ਼ਜ਼ੀ ਅਰਥ ਵੈਸੇ ਬੋਲ ਨੇ। ਕੋਈ ਬੋਲ ਬੋਲਦਾ ਉਹਦੇ 'ਚ ਸੱਚ ਹੈ, ਕੋਈ ਬੋਲ ਬੋਲਦਾ ਹੈ ਉਹਦੇ ਵਿੱਚ ਝੂਠ ਹੈ। ਉਂਝ ਸਿਆਣੇ ਪੁਰਸ਼ ਇਹ ਗੱਲ ਕਹਿੰਦੇ ਆ ਕਿ ਜੋ ਕੁਝ ਬੰਦੇ ਦੇ ਅੰਦਰ ਹੁੰਦਾ ਹੈ ਨਾ, ਜਿੰਨਾ ਮਰਜੀ ਆਪਣੇ ਆਪ ਨੂੰ ਲੁਕਾਏ, ਉਹਦੀ ਜ਼ਬਾਨ ਦਾ ਬੋਲ ਉਹਦੇ ਅੰਦਰ ਨੂੰ ਕਿਤੇ ਨਾ ਕਿਤੇ ਲੋਕਾਂ 'ਚ ਪ੍ਰਗਟ ਕਰ ਹੀ ਦਿੰਦਾ ਹੈ। ਜਿੰਨਾ ਮਰਜੀ ਬੰਦਾ ਉਤੋਂ ਮਿੱਠਾ ਬੋਲੀ ਜਾਏ, ਨਿਮਰਤਾ ਵਾਲਾ ਬੋਲੇ, ਸੱਚ ਇਹ ਵੇ ਉਹਦੇ ਅੰਦਰ ਦਾ ਜੋ ਕੁਝ ਉਹਦੇ ਅੰਦਰ ਪਿਆ ਉਹ ਕਦੀ ਨਾ ਕਦੀ ਜ਼ਿੰਦਗੀ ਵਿੱਚ ਜ਼ਰੂਰ ਪ੍ਰਗਟ ਹੋ ਜਾਂਦਾ ਹੈ। ਜਿਹੜਾ ਸਾਡਾ ਬੋਲ ਹੈ, ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਜਿਵੇਂ ਗੰਗਾ ਸਾਗਰ। ਮੈਂ ਫਿਰ ਬੇਨਤੀ ਕਰਾਂਗਾ, ਗੰਗਾ ਸਾਗਰ ਇੱਕ ਬਰਤਨ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਦਿੱਤਾ ਰਾਏਕੋਟ ਵਾਲਿਆਂ ਨੂੰ। ਇੱਕ ਲਫ਼ਜ਼ ਹੋਰ ਵਰਤਲਾ, ਸੁਰਾਹੀ। ਹੋਰ ਸੌਖਾ ਸ਼ਬਦ ਆਪਾਂ ਕਰ ਲਈ ਜੀ ਕੇਤਲੀ। ਆਪਾਂ ਕੇਟਲ ਨਹੀਂ ਵਰਤਦੇ ਘਰਾਂ 'ਚ। ਹੁਣ ਕੇਤਲੀ ਦੀ ਬਾਹਰ ਟੂਟੀ ਹੈ, ਹੁਣ ਕੇਤਲੀ ਦੇ ਉੱਪਰ ਢੱਕਣ ਲਾ ਦਈਏ। ਮੈਂ ਇਹ ਲੋਕਾਂ ਨੂੰ ਕਹੀ ਜਾਂ ਵੀ ਇਹਦੇ 'ਚ ਨਾ ਦੁੱਧ ਪਿਆ ਹੈ, ਇਸ ਕੇਤਲੀ ਦੁੱਧ ਪਿਆ ਹੈ। ਜਦੋਂ ਢੱਕਣ ਨਹੀਂ ਕੋਈ ਚੁੱਕੇਗਾ ਲੋਕਾਂ ਮੰਨੀ ਜਾਣਾ ਵਾਕਈ ਦੁੱਧ ਹੈ। ਉਹ ਬੰਦਾ 2 ਦਿਨ 4 ਦਿਨ ਕਹੀ ਜਾਏ ਦੁੱਧ ਹੈ, ਪਰ ਜਦੋਂ ਕੇਤਲੀ ਦੀ ਟੂਟੀ ਵਿੱਚੋਂ, ਉਹਦੇ ਮੂੰਹ ਚੋਂ ਬਾਹਰ ਨਿਕਲਿਆ, ਜੇ ਉਹਦੇ 'ਚ ਹੈ ਪਾਣੀ ਤੇ ਮੈਂ ਦੁੱਧ ਪ੍ਰਚਾਰ ਕਰ ਰਿਹਾ, ਕੁਝ ਦਿਨ ਤਾਂ ਭਰੋਸਾ ਕਰ ਲੈਣਗੇ ਲੋਕ, ਪਰ ਜਦੋਂ ਉਸ ਟੂਟੀ ਰਾਹੀਂ ਬਾਹਰ ਆ ਗਿਆ ਉਦੋਂ ਲੋਕਾਂ ਨੂੰ ਪਤਾ ਲੱਗ ਜਾਣਾ ਇਹਦੇ 'ਚ ਦੁੱਧ ਨਹੀਂ, ਇਹਦੇ 'ਚ ਪਾਣੀ ਹੈ। ਪਿਆਰਿਓ, ਸੱਚ ਇਹ ਵੀ ਸਰੀਰ ਇਹ ਭਾਂਡਾ,
ते जबान है बंदे दी टूटी। भाई साहब ने लिखिया, भाई गुरदास साहब ने कहते जो कुछ गड़वे विच होवे, गंगा सागर विच होवे, वो टूटी राही बाहर आ जाता है। बंदे दा शरीर बर्तन है, भांडा है, केतली है, एदी जबान टूटी है। जो कुछ ये अंदर पिया है ना, एक दिन वो जबान दे राही प्रगट जरूर होंदा है। भाई साहब ने लिखा है, करवै होए सो टूटी रेखा है। ਇਹਦਾ अर्थ है कि जो कुछ गड़वे विच होवेगा, सुराही विच होवेगा, वो सच एवे कि टूटी रही बाहर आ जाता है। इनू सतगुरां ने बाणी च कहा, जो जी होए सो उगवै। जो कुछ बंदे दे अंदर है उन्होंने किन्ने कु दिन लका लेगा। मुंह का कहा वाओ, बीजै बिख, मंगै अमृत, वेखो एहो न्याओ। मैं आपनू जिहड़ी बेनती कर लगा वां कि जिहड़ी गुरबाणी है, इस तो ऊपर सिख लई कुछ भी नहीं। गुरु ग्रंथ साहिब दी बाणी च अज मैं महाराज दा शब्द तुहाडे नाल साझा करके जाना। गुरु ग्रंथ साहिब दी बाणी च 3 जगह ते धन गुरु रामदास जी दीयां सिफतां मिलणगीਆਂ। उंज सच्चे पातशाह गुरु रामदास जी उन्होंने जिहड़ी बाणी उचारण कीती है, वो गुरु ग्रंथ साहिब दे 30 रागां दे विच दर्ज है। प्यारिओ, मैं उत्थे अर्ज करके आया कि गुरु नानक साहिब जदों बाणी उचारण करते हैं तो 19 रागां विच गुरु नानक साहिब दी बाणी है। तो कुछ बाणी ऐसी है जिहदे उत्ते राग दी बंदिश नहीं जी, पर है कावी, जिवें जपजी साहिब है। इस ऊपर कोई राग दी बंदिश नहीं, महला भी नहीं, पर है तो कविता रूप ही ना, पोइट्री है। पोइट्री का मतलब ये ना समझो कि आम कवि, क्योंकि जो असीं व्याख्या करांगे सानू काव कहना पएगा। ये कविता रूप है। पर जदों श्लोक 12 ते वधीक पढ़ने आ, ਉਹਦੇ ऊपर श्लोकां उपर कोई राग नहीं। गुरु नानक साहिब जी ने 19 रागां च बाणी उचारण की। प्यारिओ, धन गुरु अंगद साहिब जी का समा आया, उन्होंने अपनी रसना तो 63 श्लोक उचारण किए, ਜਿਹੜੇ गुरु ग्रंथ साहिब दीयां वारां विच दर्ज ने। जदों धन गुरु अमरदास जी का समा हुंदा है, उन्होंने की कीता जी, 19 राग गुरु नानक साहिब वालियां विचों 17 राग लैके गुरु अमरदास जी ने 17 रागां च बाणी उचारण की। प्यारिओ, ध्यान नाल सुनियो। उस तो अगे समा आया धन गुरु रामदास जी का। गुरु रामदास जी ने ना जी इन्नी किरपा की, 19 राग जेडे गुरु नानक साहिब जेडे उचार चुके ने। मैं अर्ज करांगा, 19 राग जेडे जिन्हां च बाणी आदि गुरु जी ने उचारण की। एक तां 19 राग वो लै, 11 राग अपने कोलों होर लैके गुरु रामदास सच्चे पातशाह जी ने जी 30 रागां दे विच बाणी उचारण की है। फिर अर्ज है, क्योंकि मेरा मन सी ऐदकी कि मैं सिफत दे शब्द कहांगा, भट्टां दे सवईए आपां गल करांगे, पर हाथ जोड़ के बेनती है कि जिस सतगुरु की हजूरी च मैं तुसी मत्था टेक रहे हैं ना, ये गल याद रखियो, इकल्ले रागियां भाइयां प्रचारकां बाबियां वास्ते नहीं। गुरु ग्रंथ साहिब दी बाणी समुची मानवता लई हर इंसान वास्ते है। ते जेड़ा अपने आप नू गुरु का सिख खवांदा है ना, मैं गुरु नानक साहिब दा सिख हाँ, पढ़िया भी है, गुरमुखी दी भी पहचान है। मेरी बेनती है, जे सिख कहाउंदा है ते घट्टो घट जिंदगी च एक बारी खुद गुरु ग्रंथ साहिब दा पाठ जरूर करे। मेरी फिर अर्ज है जी, जे आपां अपने आप नू चलाना इधर, क्योंकि गुरबाणी जो कुछ कह रही है, बाणी तो खुद कहती है, बाणी पढ़ो, बाणी नू गाओ, बाणी नू सुनो। मैं आप नू अर्ज करा, पिछले दिनी मैं 2 साल शायद पहला पिट्टेविंड साहिब दे गया सां पिंड, उत्थे मैं अरदास की कथा की सी। जदों पहला पदा आया ना जी, मेरी बेनती है जी, उत्थे पहला पदा जो 6 पदे ने अरदास दे, पहला प्रथम भगवती सिमर कह तो लैके 10 पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी वाहिगुरु। अरदास असीं रोज सुनने हैं दरबार साहिब। उदों बाद फिर 5 प्यारे, 4 साहिबजादे, 40 मुक्ते, हठी जपी तपी जिन्हां ने कमाइयां कीतियां उन्हां दा ध्यान धरने। पर ध्यान नाल सुनियो मेरी गल, जदों असीं ये पहला पदा पढ़ने आ कि एक ओंकार वाहिगुरु जी की फतेह, वार श्री भगवती जी की पातशाही 10वीं,
प्रथम भगौती सिमर कै गुरु नानक लई त्याए। हालांकि ये चंडी की वार दी पहली पौड़ी है। मैं इस विषय ते आपा नहीं चलना, ये बारे विद्वान की लिखते आ, पर एक मैं आपनू बेनती करांगा कि चंडी की वार दी जिहड़ी टीका है वो भाई कान सिंह नाभा होना ने कीता होया ते धर्म प्रचार कमेटी ने वो किताब छापी है। ਉਹਦੀ भूमिका सिर्फ एक पेज दी है जी। मेरा ख्याल एक पैरा बनता है। जे सूझवान बंदा ਉਹਨੂੰ ध्यान नाल पढ़ेगा ना, ਉਹਨੂੰ लफ्जां दा पता लग जाएगा भगौती दे अर्थ की ने। याद रखियो, मेरी फिर बेनती है, क्योंकि मैं दसम पिता जी की बाणी बारे कुछ बोल नहीं रहा, पर मेरी एक गल ध्यान नाल सुनियो। गुरु ग्रंथ साहिब विच हुणे भट्टां दे सोइयां च एक बचन है, कवल नैन मधुर बैन कोट शैन संग शोभ कहत मां जशोज दिसै दही भात खाहे जीओ। ये कृष्ण जी बारे शब्द है, ये उन्हां दे ओहदे इशारा करदा, पर सिफत गुरु रामदास दी है। सानू बाणी च ये भी मिलेगा, अनेकां शब्द मिलणगे। सावल सुंदर रामैया, धन धन ओ राम बेन बाजै। मेरी बेनती ध्यान नाल सुनियो, असीं शब्द पढ़ने दमोदर, ਇਹਦੇ ਲਫ਼ਜ਼ੀ अर्थ वैसे कृष्ण जी नाल बनदे आ। दमोदर मीनस ਜਿਹਦੇ उधर दे दिवाले धागा वलेटिया, जिन्हों तड़ागी कहने आपां। दमोदर दा अर्थ ਜਿਹਦੇ पेट दे थल्ले तड़ागी बनी। श्याम सुंदर दा अर्थ की, श्याम दा अर्थ काले रंग वाला। मेरी बेनती है ना कि मुरारी, मुरारी दा अर्थ जिन्हें मुर दैंत मारिया। मैं आपनू सिर्फ बेनती कर रहा, गुरु ग्रंथ साहिब च परमात्मा दे जिहड़े नाम वरते आ ना जी, ਉਹਦੇ ਵਿੱਚ ਸਤਿਗੁਰਾਂ ਨੇ ਜਿਹੜੇ ਦੇਵਤਿਆਂ ਦੇ ਨਾਮ ਸਨ ਉਹਦੀ ਭਰਪੂਰ ਵਰਤੋਂ ਕੀਤੀ, ਪਰ ਉਹਦਾ ਅਰਥ ਦੇਵਤੇ ਵੱਲ ਨਹੀਂ ਲਿਜਾਣਾ। ਫਿਰ ਅਰਥ ਸੁਣਿਓ, ਹਾਂ ਦੇਵਤੇ ਵੱਲ ਹੁੰਦਾ ਹੈ, ਜਿੱਥੇ ਪ੍ਰਕਰਨ ਅਨੁਸਾਰ ਬਾਣੀ ਚ ਆਏਗਾ ਸਪਸ਼ਟ ਹੋਵੇਗਾ। ਪਰ ਆਪ ਜਦੋਂ ਪਾਠ ਕਰਦੇ ਹੋ, ਮੈਂ ਥੋੜਾ ਜਿਹਾ ਬਾਣੀ ਦਾ ਵਿਸ਼ਾ ਲਿਆ ਪਿਆਰੇ, ਮੈਨੂੰ ਪਤਾ ਹੈ ਸਾਖੀ ਬੜੀ ਛੇਤੀ ਸੰਗਤ ਸਮਝਦੀ ਵੀ ਹੈ, ਸਾਖੀ ਨੂੰ ਅਸੀਂ ਸੁਣਨ ਨੂੰ ਵੀ ਉਤਾਵਲੇ ਰਹਿੰਦੇ ਹਾਂ, ਪਰ ਮੇਰੀ ਫਿਰ ਅਰਜ਼ ਹੈ कि जिंदगी लंघती जाती है, वो मना घट्टो घट इस जन्म जिन्हों गुरु कहना वह पाठ जरूर करके जाए। जिन्हों समर्थ सतगुरु कहना की तेरे लिए मुश्किल है, परमात्मा ने तेन सोची दी। जे तू कहे नहीं जी मेरे को समा ही कोई नहीं होंदा, सब तो वड्डा झूठ है अज दा, अज दे समय च जेड़ा बंदा कहंदा समा कोई नहीं, चाहे कोई अनपढ़ है चाहे कोई पढ़िया है, लोकी तां 24 घंटिया च 8-8 घंटे दिने रात फोन कोई नहीं छड्डदे, समा हुंदा नहीं भला बंदे को। सब तो वड्डा जो झूठ है अज दे समाज का, मेरे को समा नहीं जी। जिहड़े बिल्कुल अनपढ़ ने चेते रखियो, यूट्यूब वो भी चलाई जाते हैं, फेसबुक वो भी गेड़ा दई जाते हैं। जे इन्ना समा पता ही कोई नहीं लगता बंदे का टाइम कदों निकल गया। पर मेरी फिर बेनती सुनियो, हुण जिहड़े गुरु ग्रंथ साहिब जदों असीं पाठ करने ते 524 वार गुरु ग्रंथ साहिब च यह मंगल आउंदा है, एक ओंकार सतगुर प्रसाद 524 वार आया। एक ओंकार सतनाम करता पुरख निर्भव निर्वैर अकाल मूर्त अजूनी सहभंग गुर प्रसाद। ये गुरु ग्रंथ साहिब च 33 वार आया। जदों असीं पाठ करने एक होर मंगल आउंदा, एक ओंकार सतनाम करता पुरख गुर प्रसाद। एक मंगल आउंदा एक ओंकार सत गुर प्रसाद। इस तरह भी शब्द आउंदा। गुरमुखो मेरी बेनती सुनो, एक ओंकार सतगुर प्रसाद 524 वार है। ਜਿਹੜੇ ਬੰਦੇ ਪੋਇਟਰੀ ਜਾਣਦੇ ਨੂੰ ਪਤਾ ਮੰਗਲ 3 ਤਰ੍ਹਾਂ ਦਾ ਹੁੰਦਾ ਜੀ। ਇੱਕ ਮੰਗਲ ਹੁੰਦਾ ਵਸਤੂ ਨਿਰਦੇਸ਼ ਮੰਗਲ, ਇੱਕ ਮੰਗਲ ਹੁੰਦਾ ਨਮਸਕਾਰਾਤਮਕ ਮੰਗਲ, ਇੱਕ ਹੁੰਦਾ ਆਸ਼ੀਰਵਾਦ ਆਤਮਕ ਮੰਗਲ। ਫਿਰ ਧਿਆਨ ਨਾਲ ਸੁਣਿਓ, ਮੰਗਲ ਦਾ ਵੈਸੇ ਲਫ਼ਜ਼ੀ ਅਰਥ ਹੁੰਦਾ ਖੁਸ਼ੀ ਪ੍ਰਸੰਨਤਾ। ਹੁਣ ਇਹ ਤਾਂ ਸਭ ਨੂੰ ਪਤਾ ਹੈ, ਜਿਹੜਾ ਨਹੀਂ ਪਾਠ ਕਰਦਾ ਉਹਨੂੰ ਪਤਾ ਵੀ ਇੱਕ ਓਂਕਾਰ ਸੋਠ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਆਖਰ ਬੰਦਾ ਕਹੇਗਾ ਜੀ ਮੰਗਲ। ਮੰਗਲ ਦਾ ਅਰਥ ਹੈ कि जदों कोई कवि कोई कविता रचदा है, कोई अपनी रचना करदा है, ਉਹਦੇ ਉੱਤੇ ਉਹ ਸ਼ਲੋਕ लिख ਦਿੰਦਾ। मंगल ਦਾ मतलब कि ਜਾਂ ਤਾਂ ਉਹ ਸਿਫਤ ਕਰੇਗਾ, ਜਾਂ ਉਹ ਨਮਸਕਾਰ ਕਰੇਗਾ, ਤੇ ਜਾਂ ਫਿਰ ਵਸਤੂ ਨਿਰਦੇਸ਼ ਮੰਗਲ ਦਾ ਅਰਥ ਹੈ ਕਿ ਜਿਹੜੀ ਗੱਲ ਉਹ ਕਵਿਤਾ ਵਿੱਚ ਕਰਨੀ ਚਾਹੁੰਦਾ ਹੈ ਉਹਦਾ ਜ਼ਿਕਰ ਉੱਤੇ ਕਰ ਦਿੰਦਾ। ਜਿਵੇਂ ਇੱਕ ਓंकार सतगुर प्रसाद, ये वस्तु निर्देश मंगल है। इसका अर्थ है कि भाई सिखो, जेड़ा तुसी अगे बाणी पढ़ो, 2 शब्द बाणी पढ़ो, 10 शब्द चेते रखियो, एक ओंकार सतगुर प्रसाद की व्याख्या की इन्हां शब्दां विच होई है।
एक ਇਹਦਾ मतलब ਹੁੰਦਾ इशारा है कि जो तुसी उत्ते पढ़िया ਇਹਦੀ व्याख्या। हुण एक मंगल है नमस्कारात्मक मंगल। आ हुणे जदों सुखमनी साहब पढ़दे हो, भावां कि उत्थे मंगल लेवे गौड़ी सुखमनी महला पंजवां, पर आप पढ़ने आद गुरे नमः, जुगाद गुरे नमः, सत गुरे नमः, श्री गुरुदेवे नमः। जो मैनूं पता है नਵੇਂ पाठ भी किया जाता है जी। हुण ये की है? ये नमस्कार है, ये नमस्कार मंगल है। ये गल होर, जदों तुसी अमृत वेले गुरु गोबिंद सिंह जी की बाणी पढ़ते हो ना जी, उत्थे मंगल जिहड़े ने आशीर्वादमक मंगल ने। जिवें एक ओंकार वाहिगुरू जी की फतेह, त्वै प्रसाद सवैये पातशाही दसवीं। त्वै मैं त्वै पढ़ रहा, चेते रखियो क्योंकि तुहाडे च बड़े सज्जन बाणी पढ़न वाले बैठे होणगे। जदों तत्ते नाल वावा पूरा, हालांकि विशा कथावाचकां दा, पर मेरी बेनती जे मैं दुहाई देना गुरमुखो, ये कल्ला कथावाचकां दा नहीं, हर सिख दी नॉलेज रखे। साडी बदकिस्मती ये वे गल्लां बहुत करने आ, पर गुरु ग्रंथ साहिब बारे उन्नी जानकारी तां होवेगी जे पाठ करांगे ना। असीं कहने सिख किसी दा मुथाज नहीं, मैं बोलण आया, मैं बोलांगा तुसीं सुनोगे, पर नहीं प्यारिओ, अपनी हत्थीं अपना काज आपां आप सवारीए, आप पाठ करिए। हुण उत्ते है जिथे तत्ता वावा पूरा आ जाए ना जी, वो तब है। तब सर्व नाम कथा कवन कर्म नाम बरनत समत। जिथे वावा पैर च आउंदा यही दी आवाज दिंदा। तो प्रसाद सवैये, ये त्वै दा अर्थ है तेरी, लफ्जी अर्थ तेरी कृपा। ये असल च आशीर्वाद मंगल है। मैं आपनूं फिर बेनती करांगा कि इस नूं समझिए कि जदों असीं पाठ कर रहे, जिहड़ी अर्ज कर लगा कि प्रथम भगवती सिमर कै गुरु नानक लई ध्याए, फिर अंगद गुर ते अमरदास रामदास होई सहाय। कहते सब तो पहला उस परम शक्ति नूं, भाई कान सिंह नाभा ने यही अर्थ किया, परम शक्ति नूं, अकाल पुरख नूं असीं ध्याउना है। मैं ध्याउना किस नूं? गुरु नानक लई ध्याए। फिर जी तीन पातशाहियां दा जिक्र है, गुरु नानक लई ध्याए, फिर अंगद गुर ते अमरदास रामदास होई सहाय। गुरु नानक साहब जी लई ध्याए, ध्याउंदा हां। गुरु अंगद साहब, गुरु अमरदास, गुरु रामदास, उन्हां तो सहायता मंगने आ। अगे जी तीन पातशाहियां दे फिर नाम, अर्जन हर गोबिंद नूं सिमरों श्री हर राय। गुरु अर्जुन देव जी नूं, गुरु हरगोबिंद साहब नूं ते सतगुरु गुरु हर राय साहब नूं मैं सिमरना वा। अगे है श्री हर कृष्ण ध्याइए, जिस डिठै सब दुख जाए। उस तो अगे है तेग बहादुर सिमरे हैं, घर नौनिध आवे धाए, सब थाई होए सहाय। फिर शब्द लफ्जा पर दोहरा लीए। गुरु नानक साहब लई ध्याए है, गुरु अंगद साहब, गुरु अमरदास ते गुरु रामदास सहायक है। गुरु अर्जुन देव, गुरु हरगोबिंद साहब, गुरु हर राय साहब सिमरों है। श्री हर कृष्ण लई ध्याइया भी है ते डिठे भी है। देखो एक तुक पूरी है, श्री हर कृष्ण ध्याइया जिस डिठे सब दुख जाए। फिर गुरु तेग बहादुर साहब ली है, तेग बहादुर सिमरे हैं, घर नौ निध आवे धाए, अगे सब थाई होए सहाय। इस पौड़ी तो बाद फिर पंथ ने ये मिलते कोई 17 लिखियां, वो जेडे अगलियां तुकां ने गुरु गोबिंद सिंह जी नहीं। अगे है 10वां पातशाह, कई सिंह भावना नाल 10वें पातशाह कहंदे आ। मैं फिर बेनती करांगा क्योंकि लफ्ज पंथ ने पाए ने। 10वां पातशाह श्री गुरु गोबिंद सिंह साहब जी। इस गल नूं ध्यान नाल सुनियो, ਸਿੰਘਾਂ ਦਾ ਸਾਹਿਬ ਹੁਣ ਤਾਂ ਚਲੋ ਸਾਡਾ ਪ੍ਰਚਲਿਤ ਹੈ ਨਾ ਜੀ, ਸਿੰਘ ਸਾਹਿਬ ਜੀ ਹੈ ਨਾ। ਸਭ ਤੋਂ ਪਹਿਲਾਂ ਸਿੰਘਾਂ ਦਾ ਸਾਹਿਬ ਕੌਣ ਹੈ ਜੀ? ਸਿੰਘਾਂ ਦਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਹੈ। ਇਸੇ ਕਰਕੇ ਸ਼ਬਦ ਲਿਖਿਆ 10 ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ 10ਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾय। ਹੁਣ 10 ਪਾਤਸ਼ਾਹਾਂ ਦਾ ਮੰਗਲ ਹੋ ਗਿਆ। ਹੁਣ ਅੱਗੇ ਜਿਸ ਸਤਿਗੁਰੂ ਨੂੰ ਅਸੀਂ ਮੱਥਾ ਟੇਕਨੇ ਆ, ਉੱਥੇ ਲਿਖਿਆ ਗਿਆ ਹੈ ਕਿ 10 ਪਾਤਸ਼ਾਹੀਆਂ ਦੀ ਜੋਤ ਹੈ, ਜੋਤਾਂ ਨਹੀਂ। ਇਹ ਬੜਾ ਪਿਆਰਾ ਸ਼ਬਦ ਪਾ ਦਿੱਤਾ। ਇਹਦਾ ਮਤਲਬ ਇਹ ਸੀ ਕਾਇਆ ਪਲਟੇਗੀ ਪਰ ਜੋਤ ਉਹੀ ਰਹੇਗੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਹੈ। ਜਿਵੇਂ ਇਹ ਸੱਤਾ ਬਲਵੰਡ ਜੀ ਨੇ ਲਿਖਿਆ
नानक काया पलट कर मल तख्त बैठा सह डाली। सैकड़े टाणियां वाला जिहड़ा रुख है, गुरु नानक साहब काया पलट के गुरु अंगद देव के रूप विच उस तख्त ते बैठ गए। जिवें असी गुरु हरगोबिंद साहब बारे पढ़ने हैं, भाई गुरदास साहब जी का कथन है, अर्जन काया पलट के मूरत हर गोबिंद सवारी। काया पलटी है, जोत ओही है जिहड़ी आद रूप गुरु नानक साहब अंदर है। ध्यान नाल मेरी इस बेनती नूं सुनियो गुरमुखो, फिर अर्ज करांगा, क्योंकि जिस दिन अरदास दे अर्थां दी समझ पैगी ना, याद रखियो दुनिया च किसे धर्म कोल इन्ना जबरदस्त सिद्धांत नहीं कि सिर्फ 10 मिनट विच, 10 मिनट तो ज्यादा मैं कह रहा, 5-7 मिनट विच खलो के अपने इतिहास नूं, अपने शहीदां नूं, अपने मुरीदां नूं, अपने तख्तां नूं, अपने गुरुद्वारियां नूं चेते करके मंग भी अकाल पुरख अगे रख जाए। याद रखो सिखो, कली अरदास ही नहीं, अरदास विच इन्नी वड्डी ताकत है, तुसी इकल्ले नहीं खलोंदे। तुहाडी अरदास 10 गुरु साहब ने, 4 साहिबजादे ने, 5 प्यारे ने, 40 मुक्ते ने, शहीद ने, मुरीद ने, खठी ने, जपी ने, बंदगी करने वाले ने। सिख कला कदी अरदास नहीं करता, इन्नियां शक्तियां दे नाल खलोंदियां, इन्नियां रहमतां शब्द वरतां मैं। हुण अगली बेनती है कि 10 पातशाहियां दी जोत श्री गुरु ग्रंथ साहिब जी दे, अगला लफ्ज है पाठ दीदार। मैं बड़ी बारी इहदी कथा कीती, उत्थे दर्शन दीदार लफ्ज नहीं लिखे, उत्थे शब्द लिखिया पाठ दीदार। मेरे मन च एक दिन आया, सब तो पहला स्टैप सिक्खी कमान दा, सब तो पहला अध्याय, सब तो पहला चैप्टर, सब तो पहला सबक जिन्ने सिक्खी कमानी है ना, मेरी बेनती उन्होंने गुरु ग्रंथ साहिब का पाठ करना चाहिए है। हाँ एक गल वखरी, हुण जे कोई कहे जी मैं तो पढ़ ही नहीं सकता, अनपढ़, ਉਹਦੇ ਲਈ एक है तरीका, जो प्राणी गोबिंद ध्यावै पढ़िया अनपढ़िया परमगत भावै। पर इत्थे शब्द सुनियो ध्यान नाल, इत्थे है गुरु ग्रंथ साहिब जी दे, श्री गुरु ग्रंथ साहिब जी दे पाठ दीदार दा ध्यान धर के। इहदा मतलब जेड़ा गुरु ग्रंथ साहिब दा पाठ करेगा वो गुरु ग्रंथ साहिब जी दा दीदार करेगा, दर्शन दीदार नहीं, पाठ दीदार है। हुण मान लो मैं पहला चैप्टर क्यों किया, पहला अध्याय क्यों किया, पहला सबक क्यों किया। असी बच्चों नूं कीर्तन सिखाना है, टॉप दा रागी होवे, कोई उस्ताद होवे जिहड़ा रागां दा बहुत माहिर होवे। जदों बच्चे ने कीर्तन सीखना है ना, वो सुरां पहला सुख जूगा, सारे गामा पादा नीसा जिन्नियां 7 सुरां ने। पर याद रखियो उन्होंने जे कीर्तन करना है तो पहला शब्द सीखना पेगा जिहड़ा उन्हें शब्द गाउणा है। इहदा मतलब पाठ पहला सीखिया ना। जे मान लो बच्चा कीर्तन कर रहा, आपां कहांगे बच्चे पहला शब्द पढ़, पहला असी बोल के शब्द चेते करावांगे, शब्द का उच्चारण सिखावांगे। जिन्हें कीर्तन करना है उन्होंने पहला पाठ करना पैना है, क्योंकि पाठ करन तो बिना शब्द का कीर्तन नहीं होना। उत्थे लफ्ज पाठ दीदार है, पाठ करेगा तां वो शब्द पढ़ेगा। जे कोई कहे जी मैं कथा करनी है, शब्द की कथा करन तो पहला शब्द का पाठ आना चाहिए है। जिस बंदे नूं शब्द का पाठ नहीं आउंदा कथा की करूगा जी। जे कोई कहे जी मैं गुरबाणी ते व्याख्यान देना है, जिन्होंने लैक्चर कहने आ, तकरीर कहने आ, व्याख्यान तां देगा जे उन्होंने पाठ करना आउंदा है। मेरी हथ जोड़ के बेनती है गुरमुखो, सब तो पहला सबजैक्ट, सब तो पहला साडा लैसन सब कह लो पाठ है कि सिख गुरु ग्रंथ साहिब का पाठ करे। जे पाठ करेगा उस तो फिर अगे चलेगा। मैनू ये भी पता है गुरु ग्रंथ साहिब विच पाठ का खंडन भी है ते पाठ का मंडन भी है। जदों असीं ये पाठ करने, पाठ पढ़ियो अर वेद विचारियो, निवल भुयंगम साधे, पंच जना सो संग न छुटक्यो, अदक अंग बुद्ध बांधे। ये पाठ का खंडन ही है जी। भी की फायदा होया तेरा, क्या पढ़िया है, क्या गुनिया है, क्या वेद पुराना सुनिया है, पढ़े सुने क्या होई, जो सहज ना मिलियो सोई। पर दूजे पासे महाराज कहे आयो सुनन पढ़न को बाणी, क्योंकि जे अंदर खौमे है फिर कहणगे तू कमाई नहीं करता, की पढ़न का फायदा। पर मेरी बेनती है सब तो पहला सिख गुरु ग्रंथ साहिब महाराज जी का पाठ करे, पाठ दीदार। मैं अज क्यों बेनती कर लगा कि गुरु रामदास सच्चे पातशाह जी ने अपनी मुबारक रसना तो
ਗੁਰਮੁਖੋ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ, 30 ਰਾਗਾਂ 'ਚ। ਉਸ ਤੋਂ ਬਾਅਦ ਜਦੋਂ ਅਸੀਂ ਦਰਸ਼ਨ ਕਰਨੇ, ਮੈਂ ਤਰਨਤਾਰਨ ਸਾਹਿਬ ਮੈਂ ਰਿਪੀਟ ਕਰ ਰਿਹਾ ਥੋੜੀ ਜਿਹੀ ਕਥਾ। 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ 'ਚ, 22 ਵਾਰਾਂ ਨੇ। ਇੱਕ ਵਾਰ ਰਬਾਬੀ ਸਾਹਿਬਾਂ ਦੀ ਜਿਹੜੀ ਵਾਰ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਸ ਵਾਰ ਨੂੰ ਗੁਰੂ ਕੇ ਰਬਾਬੀਆਂ ਨੇ, ਬਲਵੰਡ ਜੀ ਤੇ ਸੱਤਾ ਨੇ ਉਚਾਰਨ ਕੀਤੀਆਂ। 8 ਪੌੜੀਆਂ ਨੇ, ਪਹਿਲੀਆਂ 5 ਪੌੜੀਆਂ ਬਲਵੰਡ ਜੀ ਨੇ ਉਚਾਰਨ ਕੀਤੀਆਂ ਨੇ ਤੇ ਅਖੀਰ ਵਾਲੀਆਂ 3 ਪੌੜੀਆਂ ਸੱਤੇ ਦੀਆਂ ਨੇ। ਤੇ ਜਿਹੜੀ ਆਪ ਜੀ ਪੌੜੀ ਸਾਰੇ ਪੜ੍ਹਦੇ ਹੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਇਹ ਪੌੜੀ ਰਬਾਬੀ ਸੱਤੇ ਨੇ ਉਚਾਰਨ ਕੀਤੀ, ਇਹ ਬਲਵੰਡ ਜੀ ਦੀ ਨਹੀਂ। 3 ਪੌੜੀਆਂ ਖੀਰ ਵਾਲੀਆਂ ਮਰਜ ਕੀਤੀਆਂ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ। ਉਹਨਾਂ ਦੀ ਸਿਫਤ ਵਿੱਚ ਜਿਹੜੀਆਂ 3 ਪੌੜੀਆਂ ਨੇ, ਕਿਹਾ ਜਾਂਦਾ ਹੈ ਇਹ ਬਾਬਾ ਭਾਈ ਸੱਤਾ ਜੀ ਨੇ ਉਚਾਰਨ ਕੀਤੀਆਂ। ਹੁਣ ਇਸ ਵਾਰ ਤੋਂ ਬਿਨਾ, ਇਹਦੇ ਵਾਰ ਸਮੇਤ ਮੈਂ 22 ਕਹੀਆਂ ਨੇ, ਇਸ ਤੋਂ ਬਿਨਾ 21 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਹੋਰ ਪਿਆਰਿਓ, 21 ਵਾਰਾਂ ਵਿੱਚੋਂ ਸਭ ਤੋਂ ਜ਼ਿਆਦਾ ਵਾਰਾਂ ਗੁਰੂ ਰਾਮਦਾਸ ਦੀਆਂ ਨੇ। ਉਹਨਾਂ ਨੇ 8 ਵਾਰਾਂ ਉਚਾਰਨ ਕੀਤੀਆਂ, ਧੰਨ ਗੁਰੂ ਰਾਮਦਾਸ ਜੀ ਨੇ। ਮੈਂ ਤਾਂ ਬੇਨਤੀ ਕੀਤੀ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚ 3 ਜਗ੍ਹਾ ਤੇ ਸਾਨੂੰ ਮਿਲੇਗੀ। 2 ਵਾਰੀ ਤਾਂ ਰਾਮਕਲੀ ਰਾਗ ਵਿੱਚ ਹੈ। ਪਹਿਲਾਂ ਹੁੰਦੀ ਹੈ ਰਾਮਕਲੀ ਸੱਧ। ਜਿਹੜੇ ਸਿੰਘ ਪਾਠ ਕਰਦੇ ਹੋ, ਮੇਰੀ ਗੱਲ ਬੜੀ ਛੇਤੀ ਸਮਝ ਰਿਹਾ ਜੀ, ਪਲੀਜ਼ ਵੇਖੋ। ਜਿੱਦਨ ਆਪ ਜੀ ਖੁਦ ਬਾਣੀ ਪੜ੍ਹਨ, ਮੈਂ ਇੱਕੋ ਗੱਲ ਕਹਿਣਾ, ਮੈਂ ਵਾਰ-ਵਾਰ ਗੱਲ ਰਿਪੀਟ ਕਰ ਰਿਹਾ, ਸਭ ਤੋਂ ਵੱਧ ਜ਼ੋਰ ਪਾਠ ਕਰਨ ਤੇ ਦਿਓ ਜਿੱਦਨ ਸਿੱਖਾਂ ਦੇ ਘਰ ਵਿੱਚ ਅੰਮ੍ਰਿਤ ਵੇਲੇ ਜੀ ਪਾਠ ਕਰਨ ਲੱਗ ਪੈਣਗੇ, ਘਰ ਦਾ ਕੋੜ ਨਿਕਲ ਜਾਊਗਾ। ਹੁਣ ਮੈਂ ਸਿੱਖੀ ਦੀ ਗੱਲ ਕਰ ਰਿਹਾ, ਪੰਥ ਦੀ ਚੜ੍ਹਦੀ ਕਲਾ। ਮੈਨੂੰ ਬਾਬਾ ਅਤਰ ਸਿੰਘ ਉਹਨਾਂ ਦੇ ਜੀਵਨ ਦੀ ਘਟਨਾ ਹੈ, ਕਿਉਂਕਿ ਜੋ ਕੁਝ ਉਹ ਲੋਕ ਕਰ ਗਏ, ਅਸੀਂ ਕੁਝ ਵੀ ਨਹੀਂ ਕਰ ਸਕਦੇ ਜੀ। ਅਸੀਂ ਸਿਰਫ ਨਿੰਦਿਆ ਵਾਲੇ ਪਾਸੇ ਤੁਰ ਪੈਨੇ ਵੀ, ਕਿਉਂਕਿ ਅਸੀਂ ਤਾਂ ਜਾ ਚੁੱਕਿਆਂ ਨੂੰ ਵੀ ਸਾਡੀ ਹਉਮੈ ਨਹੀਂ ਬਖਸ਼ਦੀ ਜੀ, ਅਸੀਂ ਉਹਨਾਂ ਦੀ ਵੀ ਨਿੰਦਿਆ ਕਰਨੀ। ਬਾਬਾ ਅਤਰ ਸਿੰਘ ਜੀ ਵਰਗਾ ਮਹਾਂਪੁਰਖ, ਜਿਨੇ ਮਾਲਵੇ ਵਿੱਚ ਗਿੱਧੇ ਪਾਣ ਵਾਲੇ ਮਲਵਈਆਂ ਨੂੰ ਚਿਮਟੇ ਖੜਤਾਲਾਂ ਪਕੜਾ ਕੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਗਾਉਣ ਲਾ ਦਿੱਤਾ ਸੀ। ਮੈਂ ਉਹਨਾਂ ਦੇ ਜੀਵਨ 'ਚ ਘਟਨਾ ਹੈ। ਉਹਨਾਂ ਕੋਲ ਕੋਈ ਸਿੰਘ ਆਇਆ, ਉਹਨੇ ਸ਼ਬਦ ਕਿ ਮੈਂ ਸਿਰਫ ਅੱਜ ਥੋੜਾ ਪਾਠ ਤੇ ਗੱਲ ਕਰਨੀ ਚਾਹਨਾ। ਪਿਆਰਿਓ, ਤੁਸੀਂ ਹਰ ਸਾਲ ਮਨਾਉਂਦੇ ਹੋ ਪੁਰਬ, ਮੈਂ ਤੁਹਾਨੂੰ ਅਰਥ ਕਰਕੇ ਸੁਣਾ ਜਾਗਾ ਕਿ ਹਮ ਅਵਗੁਣ ਭਰੇ ਏਕ ਗੁਨਾ। ਚੰਗੀ ਗੱਲ ਹੈ। ਰਾਜ ਜੋ ਤਖਤ ਦੀਨ ਗੁਰੂ ਰਾਮਦਾਸ, ਮੈਂ ਅਰਥ ਕਰ ਜਾਗਾ। ਪਰ ਮੇਰੀ ਬੇਨਤੀ ਹੈ ਕਿ ਗੁਰੂ ਰਾਮਦਾਸ ਜੀ ਨੂੰ ਪੜ੍ਹਨਾ ਹੈ, ਉਹਨਾਂ ਦੇ ਦਰਸ਼ਨ ਕਰਨੇ ਤੇ ਉਹਨਾਂ ਦੀ ਬਾਣੀ ਦੇ ਦਰਸ਼ਨ ਕਰੀਏ, ਉਹਨਾਂ ਦੇ ਹਿਰਦੇ ਦੇ ਦਰਸ਼ਨ ਕਰੀਏ। ਬਾਬਾ ਅਤਰ ਸਿੰਘ ਜੀ ਕੀਰਤਨ ਕਰਕੇ ਹਟੇ ਤੇ ਕੋਈ ਸੱਜਣ ਆਇਆ ਜੀ, ਕਿਉਂਕਿ ਹਰ ਬੰਦੇ ਦਾ ਆਪੋ ਆਪਣਾ ਵੇਖਣ ਦਾ ਨਜ਼ਰੀਆ ਹੁੰਦਾ। ਕਹਿੰਦਾ ਬਾਬਾ ਜੀ ਪੰਥ ਬਾਰੇ ਕੀ ਕਰ ਰਹੇ ਹੋ? ਕਿਉਂਕਿ ਅੱਜ ਬਖਸ਼ ਦਿਆ ਜੇ ਹਰ ਧੜੇ ਦਾ ਆਪੋ ਆਪਣਾ ਪੰਥ ਹੈ ਜੀ, ਹਰ ਧੜੇ ਦਾ। ਮੈਂ ਤਰਨਤਾਰਨ ਸਾਹਿਬ ਕਹਿ ਕੇ ਆਇਆ, ਗੁਰੂ ਰਾਮਦਾਸ ਕਹਿੰਦੇ ਨੇ ਤੇ ਹਰ ਬੰਦਾ ਧੜੇ 'ਚ ਜਿੰਦਾ ਹੈ। ਕਹਿੰਦੇ ਮੇਰਾ ਧੜਾ ਕੇਵਲ ਕਰਤਾ ਪੁਰਖ ਵਾਹਿਗੁਰੂ ਹੈ, ਮੇਰਾ ਧੜਾ ਅਕਾਲ ਪੁਰਖ ਹੈ। ਕਿਸੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, किसी धड़ा किया कुड़म सक्के नाल जवाई, किसी धड़ा किया सिकदार चौधरी नाल अपने सवाई, हमारा धड़ा हर रहा समाई। फिर अर्ज है, देखो उन्होंने क्या पंथ बारे। हुण हर बंदे दी आप मैनू तुसी कह दिओ पिंदरपाल सिंह पकड़ खंडा वाहिगुरू बख्श, उन सिख मुकम्मल हुंदा है। मैं कथा कर रहा हूं, जदों भी कौमां अपनी मंजिल ते पहुंचदियां ने ते टीम वर्क नाल पहुंचदियां ने, जथेबंदक तौर पर पहुंचदियां ने। ਜਿਹੜਾ ਕੰਮ ਪ੍ਰਬੰਧਕ ਨੇ ਕਰ ਲੈਣਾ ਉਹ ਮੈਂ ਨਹੀਂ ਕਰ ਸਕਾਂਗਾ, ਤੇ ਜਿੱਥੇ ਮੈਂ ਬੋਲ ਜਾਣਾ ਪ੍ਰਬੰਧਕ ਨਹੀਂ ਬੋਲ ਸਕੇਗਾ। ਇਹਨੂੰ ਥੋੜਾ ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ। ਹੁਣ ਜੇ ਕਈ ਬਾਬਾ ਦੀਪ ਸਿੰਘ ਸਾਰਿਆਂ ਬਣ ਜਾਣਾ ਜੀ, ਉਹ ਕਲਵਾਂ ਲਖਾਰੀ ਵੀ ਨੇ, ਖੰਡਾ ਵੀ ਚਲਾਉਂਦੇ ਨੇ। ਮੈਂ 2 ਉਦਾਹਰਨਾਂ ਤੁਹਾਨੂੰ ਦੇਣਾ। ਇੱਕ ਵਾਰੀ ਸ਼ਾਇਦ ਮਿਸਰ ਦੀ ਘਟਨਾ ਹੈ, ਬੜੀ ਪੁਰਾਣੀ। ਉੱਥੇ ਕਹਿੰਦੇ ਨੇ ਕੌਮ ਦੇ ਵਿੱਚ ਫੁੱਟ ਪੈ ਗਈ, ਸਾਰੇ ਆਪੋ ਤਾਪੀ ਪੈ ਗਈ, ਜਿਵੇਂ ਆਪਣੀ ਅੱਜ ਹਾਲਤ ਇੱਥੇ ਬਣੀ ਪਈ ਹੈ ਨਾ, ਆਪੋ ਤਾਪੀ ਹੋਈ ਸਾਰੀ ਜੀ। ਉੱਥੇ ਇੱਕ ਸਿਆਣਾ ਵਿਦਵਾਨ ਬੰਦਾ ਸੀ, ਉਹਦੀ ਕਲਮ 'ਚ ਬੜੀ ਤਾਕਤ ਸੀ। ਉਹਦੇ ਮਨ 'ਚ ਹੈ ਵੀ ਖਿੰਡਿਆ ਹੋਇਆਂ ਨੂੰ ਕਾਬੂ ਕਿਵੇਂ ਕਰੀਏ।
ਉਹਨੇ ਇੱਕ ਨਿੱਕੀ ਜੀ ਕਹਾਣੀ ਲਿਖੀ, मैं आप सुनान लगा। ਉਹਨੇ कहानी लिखी बॉडी ते काया ते। ਉਹ ਕਹਿੰਦਾ भी एक दिन ना ਅੱਖਾਂ ने, ਕੰਨ ने, ਕੰਨਾਂ ने, जीभ ने ते नक ने, हत्थां ने ते पैरां ने यूनियन बना ली। याद रखियो कहानी है। ਅੱਖਾਂ, नक, ਕੰਨ, पैर, हथ इन्हां अपनी यूनियन बना के क्या कहते हैं भी ਆਪਾਂ ਅੱਖਾਂ ਕਹਿੰਦੀਆਂ मैं ਵੇਖਦੀ ਵੇਖਦੀ मर थक गई हाँ, नज़र घट गई है। ਕੰਨ ਕਹਿੰਦੇ ਅਸੀਂ ਸੁਣਦੇ ਸੁਣਦੇ ਥੱਕਦੇ ਪਏ ਆ, ਇੰਨਾ ਕੰਮ ਕੀਤਾ ਹੈ। ਜੀਭ ਕਹਿੰਦੀ ਬੋਲ ਕੇ, ਦੰਦ ਕਹਿੰਦੇ ਨੇ ਚੱਬ ਕੇ, ਪੈਰ ਕਹਿੰਦੇ ਤੁਰ ਤੁਰ ਕੇ ਸਾਡੇ ਗੋਡੇ ਰਹਿ ਗਏ, ਹੱਥ ਕਹਿੰਦੇ ਕੰਮ ਕਰ ਕਰਕੇ ਮੇਰੇ ਹੱਥ ਕੰਬਣ ਲੱਗ ਪਏ, ਸਾਰੇ ਕਹਿੰਦੇ ਅਸੀਂ ਮਰ ਗਏ ਕੰਮ ਕਰਦੇ, ਢਿੱਡ ਕਿਹੜਾ ਕਰਦਾ, ਇਹਦੇ ਵਿੱਚ ਸਭ ਕੁਝ ਪਈ ਜਾਂਦਾ। ਫਿਰ ਧਿਆਨ ਨਾਲ ਸੁਣਿਓ, ਉਹਨਾਂ ਯੂਨੀਅਨ ਬਣਾਈ, ਢਿੱਡ ਕੀ ਕਰਦਾ ਇਹਦਾ ਵਿਰੋਧ ਕਰੋ, ਢਿੱਡ ਦਾ ਬਾਈਕਾਟ। ਮੂੰਹ ਕਹਿੰਦਾ ਮੈਂ ਕੁਝ ਖਾਣਾ ਨਹੀਂ, ਹੱਥ ਕਹਿੰਦੇ ਨੇ ਆਪਾਂ ਕੰਮ ਨਹੀਂ ਕਰਨਾ, ਪੈਰ ਕਹਿੰਦੇ ਨੇ ਆਪਾਂ ਚੱਲਣਾ ਨਹੀਂ, ਢਿੱਡ ਵਿਹਲਾ ਖਾਂਦਾ ਪਿਆ। ਸੱਚੀ ਮੁੱਚੀ ਜੀ, ਹੱਥ ਕੰਮ ਕਰਦੇ ਨੇ, ਪੈਰ ਕੰਮ ਕਰਦੇ ਨੇ, ਅੱਖਾਂ ਕਰਦੀਆਂ ਨੇ, ਕੰਨ ਕਰਦੇ ਨੇ, ਢਿੱਡ ਕੀ ਕਰ ਰਿਹਾ? ਉਹ ਕਹਿਣ ਲੱਗੇ ਢਿੱਡ ਦਾ, ਪੇਟ ਦਾ ਵਿਰੋਧ ਕਰੋ। ਸੱਚੀ ਮੁੱਚੀ ਯੂਨੀਅਨ ਬਣਾਤੀ ਜੀ। ਦੂਜੇ ਦਿਨ ਮੂੰਹ ਕਹਿੰਦਾ ਮੈਂ ਕੁਝ ਨਹੀਂ ਖਾਣਾ, ਜੀਭ ਕਹਿੰਦੀ ਮੈਂ ਸਵਾਦ ਨਹੀਂ ਚੱਖਣਾ। 3-4 ਦਿਨ ਤਾਂ ਹੱਥ ਪੈਰ ਚੱਲਦੇ ਰਹੇ। 5ਵੇਂ ਦਿਨ ਬੰਦਾ ਨਾ ਐ ਕੰਬਣ ਲੱਗ ਪਈਆਂ ਲੱਤਾਂ, ਹੱਥ ਕੰਬਣ ਲੱਗ ਪਿਆ, ਕਿਉਂਕਿ ਅੰਦਰ ਕੁਝ ਜਾ ਨਹੀਂ ਰਿਹਾ। ਜਦੋਂ ਕਹਿੰਦੇ ਸਾਰੇ ਅੰਗ ਜਿਵੇਂ ਕੰਬਣ ਲੱਗ ਪਏ, ਬੰਦੇ ਨੂੰ ਚੱਕਰ ਆਉਣ ਲੱਗ ਪਏ, ਉਹਨੇ ਢਿੱਡ ਨੇ ਆਵਾਜ਼ ਦੇ ਕੇ ਕਿਹਾ ਉਹ ਚੰਗਾ ਕੰਮ ਕਰੋ, ਇਹ ਟੀਮ ਵਰਕ ਹੈ। ਯਾਦ ਰੱਖਿਓ ਜੇ ਤੁਸੀਂ ਮੇਰੇ 'ਚ ਕੁਝ ਪਾਉਂਦੇ ਹੋ ਤੇ ਮੈਂ ਚੱਲਣ ਦੀ ਤਾਕਤ ਤੁਹਾਨੂੰ ਦੇਣਾ। ਮੇਰੀ ਗੱਲ ਸਮਝ ਗਏ ਨਾ ਜੀ? ਜੋ ਤੁਸੀਂ ਖੁਰਾਕ ਮੇਰੇ 'ਚ ਪਾਉਂਦੇ ਹੋ ਮੈਂ ਕੀ ਲੈ ਰਿਹਾ, ਤੁਸੀਂ ਪਾਇਆ। मैं ਅੱਖਾਂ ਨੂੰ ਦੇਖਣ ਦੀ એનર્ਜੀ ਦਿੱਤੀ, ਕੰਨਾਂ ਨੂੰ ਸੁਣਨ ਦੀ ਦਿੱਤੀ, ਲੱਤਾਂ ਨੂੰ ਚੱਲਣ ਦੀ ਦਿੱਤੀ। ਜੇ ਤੁਸੀਂ ਮੈਨੂੰ ਖਾਲੀ ਰੱਖੋਗੇ ਨਾ ਤੇ ਚੇਤੇ ਰੱਖਿਓ ਸਾਡੇ ਸਾਰਿਆਂ ਦੀ ਮੌਤ ਹੋ ਜਾਏਗੀ, ਕਿਉਂਕਿ ਜ਼ਿੰਦਗੀ ਟੀਮ ਦਾ ਨਾਮ ਹੈ। ਮੇਰੀ ਬੇਨਤੀ, ਕੌਮਾਂ ਟੀਮ ਵਰਕ ਕਰਦੀਆਂ ਹੁੰਦੀਆਂ ਨੇ, ਪਰ ਖਿੰਡਾ ਬਣ ਚੁੱਕਾ। ਮੈਂ ਬਿਲਕੁਲ ਵਿਸ਼ੇ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਸਤਿਗੁਰਾਂ ਨੇ, ਮੈਂ ਫਿਰ ਅਰਜ਼ ਕਰਾਂਗਾ, ਬਾਬਾ ਅਤਰ ਸਿੰਘ ਬੈਠੇ ਸਨ, ਕੀਰਤਨ ਕਰਕੇ ਹਟੇ ਜੀ, ਤੇ उस वक्त कोई सिंह आया, उन्हें कहा जी पंथ बारे की कह रहे हो? उन्हें कहा जी मैं कीर्तन करना, अमृत संचार करना। उन्हें फिर तलखी जिवें बंदा बोलदा पंथ बारे, उन्हें एक गल बड़ी प्यारी कही, कहंदे ने गुरमुखा सवेरे नितनेम करके आया, वो नीवी पा गया। कहंदे जपजी साहब पढ़ी, ये बलवंत सिंह कोठा गुरु ने लिखिया, छोटी जी किताब है, बड़े सियाणे विद्वान हुए ने साडे ज्ञानी बलवंत सिंह कोठा गुरु निर्मले सन। उन्हां दी लिखत च बड़ा दम है। उन्हां ने अभिनंदन ग्रंथ लिखिया, उस लिख दिया। उन्हां पुछया भी अमृत वेले जपजी साहब कीता? वो कहंदा नहीं जी मैं ना बाणी नहीं पढ़दा, मैं सेवा करना पंथ दी। कहंदे बाबा अतर सिंह जी जिवें बंदा वजद च नहीं आ जांदा, उन्हां कहा गुरसिखा जिदन अमृत वेले सिखां दे खूहां ते डोल खड़कणगे, उदों खूहां ते इशनान करदे सन। हर घर विच अमृत वेले जपजी जाप दी आवाज आएगी। चेते रखियो पंथ दा इन्ना तेज प्रताप होवेगा शब्द दी कृपा नाल, दुनिया दी कोई ताकत पंथ नूं मिटा नहीं सकेगी। मैं तुहानूं फिर बेनती करांगा, तुसीं हर साल आउंदे हो, हर साल आउंदे हो, किन्नी दूरों। हालांकि मैनूं शरीर मेरा तंग करदा, लगातार सफर करके मैं लगातार बोली जा रहा, पर मैं आया जे तां सच्ची मुच्ची लखां रुपये ला के, लखां लग जांदे आए, जे एक बंदा भी साडे च जपजी साहब जिन्हें कदी नहीं कीता, अज ही वादा करो गुरु रामदास जी जिंदगी बख्शी, अगले साल तक मैं पूरा नितनेमी बन जांगे, सब कोई फायदा हो जाएगा। नहीं मैं नैगेटिव नहीं कह रहा, नहीं तो बस ठीक है, इंटरटेनमेंट का साधन ना बनाइए प्यारिओ, आपां सुगिरद हो के चलीए। गुरु रामदास सच्चे पातशाह उन्होंने अपनी रसना तो 30 रागां च बाणी उचारण की। 19 राग गुरु नानक साहब दे लए, 11 राग सतगुरां ने अपने कोलों लए, ते उन्हां दी बाणी बारे उन्हां कहा आ जिहड़ी तुक तुसीं सारे पढ़दे हो, बाणी गुरु गुरु है बाणी, ये गुरु रामदास दी है जी। बाणी गुरु गुरु है बाणी, विच बाणी अमृत सारे, गुर बाणी कहे सेवक जन माने, प्रतख गुरु निस्तारै। के भाई बाणी गुरु है,
ਗੁਰੂ ਬਾਣੀ ਹੈ। ਜੋ ਗੁਰੂ ਜੀ ਕਹਿੰਦੇ ਨੇ ਸਿੱਖ ਨੂੰ ਸੱਤ ਕਰਕੇ ਮੰਨ ਲੈ ਨਾ ਤੇ ਭਵ ਸਾਗਰ ਤੋਂ ਤਰ ਜਾਏਗਾ। ਮੈਂ ਫਿਰ ਉਸ ਗੱਲ ਤੇ ਆਉਣ ਲੱਗਾ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਸਿਫਤ ਹੈ ਸੱਚੇ ਪਿਤਾ ਜੀ ਦੀ ਰਾਮਕਲੀ ਸੱਦ ਵਿੱਚ। ਇਹ ਸੱਦ ਗੁਰੂ ਅਮਰਦਾਸ ਦੇ ਪੜਪੋਤੇ ਨੇ ਉਚਾਰਨ ਕੀਤਾ ਹੈ। ਗੁਰੂ ਅਮਰਦਾਸ ਦੇ ਬੇਟੇ ਬਾਬਾ ਮੋਹਨ ਜੀ, ਬਾਬਾ ਮੋਰੀ ਜੀ, ਹਾਂਜੀ, ਬਾਬਾ ਮੋਰੀ ਜੀ ਦੇ ਬੇਟੇ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦੇ ਬੇਟੇ ਬਾਬਾ ਸੁੰਦਰ ਜੀ, ਸੁੰਦਰ ਜੀ ਨੇ ਰਾਮਕਲੀ ਸੱਦ ਉਚਾਰਨ ਕੀਤਾ। ਇਉਂ ਕਹਿ ਲਵਾਂ ਕਿ ਗੁਰੂ ਅਮਰਦਾਸ ਦੇ ਪੜਪੋਤੇ ਤੇ ਬਾਬਾ ਮੋਰੀ ਜੀ ਦੇ ਪੋਤੇ, ਉਹਨਾਂ ਨੇ ਜਿਹੜਾ ਸੱਦ ਲਿਖਿਆ ਹੈ ਉਹਦੇ ਵਿੱਚ ਉਹਨਾਂ ਨੇ ਗੁਰੂ ਰਾਮਦਾਸ ਬਾਰੇ ਲਿਖਿਆ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਇਹ ਪਿਆਨਾ ਕਰਨ ਲੱਗੇ ਆ, ਝੋਲਾ ਤਿਆਗਣ ਲੱਗੇ, ਜਾਂ ਇਉਂ ਕਹਿ ਲੋ ਜੋਤੀ ਜੋ ਸਮਾਉਣ ਲੱਗੇ, ਉਹਨਾਂ ਨੇ ਪਤਾ ਕੀਤਾ ਸਤਿਗੁਰੂ ਪ੍ਰਤੱਖ ਹੁੰਦਾ ਹੈ। ਇਹਦਾ ਮਤਲਬ ਗੁਰੂ ਅਮਰਦਾਸ ਪ੍ਰਤੱਖ ਨੇ, ਸਰੀਰ 'ਚ ਨੇ। ਬਹਿ ਰਾਜ ਆਪ ਟਿਕਾਇਆ, ਜਿਹੜਾ ਆਪਣਾ ਅੰਦਰ ਵਾਲਾ ਸੀ ਉਹ ਗੁਰੂ ਰਾਮਦਾਸ ਵਿੱਚ ਰੱਖ ਦਿੱਤਾ। ਸਤਿਗੁਰੂ ਪ੍ਰਤੱਖ ਹੁੰਦਾ ਹੈ, ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਿੱਖਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਕਿਹਾ ਤੁਸੀਂ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕੋ। ਅੱਗੇ ਹੈ ਸਤਿਗੁਰੂ ਪੁਰਖ ਜੇ ਬੋਲਿਆ, ਗੁਰ ਸਿੱਖਾਂ ਮੰਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸਾਂ ਪੈਰੀ ਪਾਏ ਜੀ। ਫਿਰ ਸ਼ਬਦ ਸਿਫਤ ਹੈ ਨਾ ਜੀ, ਉਹਦੇ ਵਿੱਚ ਇਹ ਵੀ ਇਹ ਸ਼ਬਦ ਹੈ, ਹਰ ਭਾਇਆ ਗੁਰੂ ਬੋਲਿਆ। ਇਹਦੇ ਵਿੱਚ ਸਤਿਗੁਰੂ ਇੱਕ ਬਚਨ ਕਹਿੰਦੇ ਆ, ਰਾਮਦਾਸ ਸੋਢੀ ਤਿਲਕ ਦਿਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਪਹਿਲੀ ਸਿਫਤ ਤਾਂ ਗੁਰੂ ਰਾਮਦਾਸ ਦੀ ਰਾਮਕਲੀ ਸੱਦ 'ਚ ਹੈ। ਆਪ ਨੂੰ ਪਤਾ ਹੈ ਸਮਾਪਤੀ ਵਾਲੀ 6ਵੀਂ ਪੌੜੀ ਹੈ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਜਿੱਥੇ ਗੁਰੂ ਅਮਰਦਾਸ ਨੇ ਆਪਣੇ ਆਪ ਨੂੰ ਟਿਕਾ ਲਿਆ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਭਾਈ ਸਿੱਖੋ, ਸਾਰਾ ਜਗਤ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਡਿੱਗ ਪਿਆ। ਇਹ ਪਹਿਲੀ ਵਾਰੀ ਸਿਫਤ ਇਹ ਰਾਮਕਲੀ ਸੱਦ ਵਿੱਚ ਹੈ। ਦੂਜੀ ਸਿਫਤ ਜਿਹੜੀ ਹੈ ਉਹ ਵੀ ਰਾਮਕਲੀ ਰਾਗ 'ਚ। ਹੁਣੇ ਮੈਂ ਪੌੜੀ ਪੜ੍ਹੀ, ਉਹ ਪੌੜੀ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ। ਧੰਨ ਸੋ ਤੇਰਾ ਥਾਨ ਹੈ ਧੰਨ ਗੁਰੂ ਰਾਮਦਾਸ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਾਹਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਇਹ ਦੂਜੀ ਵਾਰੀ ਸਿਫਤ ਆਈ ਹੈ। ਤੀਜੀ ਵਾਰੀ ਮੈਂ ਆਪ ਨੂੰ ਬੇਨਤੀ ਕਰਾਂ ਕਿ ਹੁਣ ਸਾਰੇ ਜਿੰਨੇ ਅਸੀਂ ਆਉਂਦੇ ਹਾਂ ਜੀ ਭੱਟਾਂ ਦੇ ਸਵਈਏ ਪੜ੍ਹਨੇ ਵੀ ਚਾਹੀਦੇ ਨੇ। 123 ਸਵਈਏ ਨੇ ਭੱਟਾਂ ਦੇ, ਭੱਟ ਸਾਹਿਬਾਨ ਜੀ ਦੇ। ਇਹ ਆਮ ਬੰਦੇ ਨਹੀਂ ਸਨ, ਇਹ ਵਿਦਵਾਨ ਪੰਡਿਤ ਨੇ ਜੀ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਨਿਚੋੜ ਦੱਸਿਆ। ਗੁਰੂ ਅਮਰਦਾਸ ਦੀ ਸਿਫਤ ਵਿੱਚ ਇੱਕ ਸਵਈਆ ਹੈ, ਰਹਿਓ ਸੰਤ ਹੋ ਟੋਲ ਸਾਧਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁਖੋ ਪੰਡਿਤ ਮਿੱਠੇ, ਬਰਸ ਏਕੋਂ ਫਿਰਿਓ ਕਿਨੇ ਨਾ ਪਰਚੋ ਲਾਇਓ, कहता कहती सुनी रहत को खुशी ना आयो, हर नाम छोड़ दूजे लगे तिनके गुण को क्या कहूँ, गुर दई मिलायो भिखिया जीव तू रखें तिव रखूं। उन्हें क्या 1 साल हो गया भटकदियां, पर गुरु नानक साहब तुहाडे वर्गा कोई नहीं। 123 सवैये ने मुख वाक सवैयां तो बिना। प्यारिओ, गुरु नानक साहब, गुरु अंगद देव, गुरु अमरदास ਤੇ ਧੰਨ ਗੁਰੂ ਅਰਜੁਨ ਦੇਵ, 4 ਪਾਤਸ਼ਾਹਾਂ ਦੀ ਸਿਫਤ ਭੱਟ ਸਾਹਿਬਾਨ ਨੇ 63 ਸਵਈਏ ਕਹੇ 4 ਪਾਤਸ਼ਾਹ ਦੀ ਸਿਫਤ 'ਚ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਅਰਜੁਨ ਦੇਵ। ਸਿਰਫ ਗੁਰੂ ਰਾਮਦਾਸ ਨੇ ਜਿਨ੍ਹਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ। 60 ਸਵਈਏ ਜਿਹੜੇ ਸੀ ਪਾਠ ਕਰਨੇ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਅੱਜ, ਗੁਰੂ ਰਾਮਦਾਸ ਮਹਾਰਾਜ ਜੀ ਦਾ
ਉਹਨਾਂ ਦੀ ਬਾਣੀ 'ਚ ਬੇਅੰਤ ਖਜ਼ਾਨਾ ਭਰਿਆ ਪਿਆ ਜੀ। ਉਹਨਾਂ ਦਾ ਇੱਕ ਸ਼ਬਦ ਮੈਂ ਆਪ ਨਾਲ ਸਾਂਝਾ ਕਰਨਾ ਹੈ। ਉਹ ਸ਼ਬਦ ਵਿੱਚ ਸਤਿਗੁਰੂ ਇੱਕ ਤਾਂ ਪੁਰਾਣੀਆਂ ਉਦਾਹਰਨਾਂ ਦਿੰਦੇ ਆ, ਪੁਰਾਣ ਦੀ ਵੀ ਦਿੰਦੇ ਆ, ਤੇ ਜਿਹੜੇ ਭਗਤ ਗੁਰੂ ਗ੍ਰੰਥ ਸਾਹਿਬ 'ਚ ਨੇ ਉਹਨਾਂ ਦਾ ਵੀ ਜ਼ਿਕਰ ਕਰਦੇ ਆ। ਤੇ ਮੇਰਾ ਖਿਆਲ ਸਾਨੂੰ ਅੱਜ ਉਹ ਬਚਨ ਮੰਨ ਲੈਣਾ ਚਾਹੀਦਾ ਹੈ। ਉਹਦੇ ਵਿੱਚ ਗੁਰੂ ਰਾਮਦਾਸ ਇੱਕ ਬਚਨ ਕਹਿੰਦੇ ਆ, ਜਾਤ ਕਰਕੇ ਬੰਦਾ ਉੱਚਾ ਨੀਵਾਂ ਨਹੀਂ ਹੁੰਦਾ, ਕਰਮਾਂ ਕਰਕੇ ਬੰਦਾ ਉੱਚਾ ਨੀਵਾਂ ਹੁੰਦਾ ਹੈ। ਫਿਰ ਧਿਆਨ ਨਾਲ ਸੁਣਿਓ, ਇਸ ਮੁਲਕ 'ਚ ਤਾਂ ਹੈ ਨਾ ਜਾਤ ਕਰਕੇ। ਮੈਂ ਇਸ ਵਿਸ਼ੇ ਤੇ ਬੋਲਣਾ ਨਹੀਂ ਕਿਉਂਕਿ ਅੱਗ ਦਾ ਭਾਂਬੜ ਬਲ ਜਾਏਗਾ ਜੇ ਆਪਾਂ ਕੁਝ ਬੋਲਿਆ ਤਾਂ। ਇਹ ਸਚਾਈ ਜੇ। ਜਾਤ ਕਰਕੇ ਬੰਦਿਆਂ ਨੇ, ਬ੍ਰਾਹਮਣ ਨੇ, ਮਨੁ ਸਿਮਰਤੀ ਕਹਿ ਰਹੀ ਹੈ, ਜਾਤ ਕਰਕੇ ਇੱਕ ਬ੍ਰਾਹਮਣ ਹੈ, ਦੂਸਰਾ ਸ਼ੂਦਰ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬ੍ਰਾਹਮਣ ਤੇ ਸ਼ੂਦਰ ਹੈ, ਪਰ ਜਾਤ ਕਰਕੇ ਨਹੀਂ, ਕਰਮਾਂ ਕਰਕੇ ਹੈ। ਇਹਨੂੰ ਫਿਰ ਧਿਆਨ ਨਾਲ ਸੁਣਿਓ। ਕਰਮ ਕਰਕੇ ਬੰਦਾ ਸ਼ੂਦਰ ਹੈ, ਕਮਜ਼ਾਤ ਹੈ, ਚੰਡਾਲ ਹੈ, ਤੇ ਕਰਮਾਂ ਕਰਕੇ ਬੰਦਾ ਬ੍ਰਾਹਮਣ ਹੈ। ਫਿਰ ਸੁਣਿਓ, ਜਾਤ ਕਰਕੇ ਨਹੀਂ। ਆਪ ਜੀ ਸੋਦਰ ਦਾ ਪਾਠ ਕਰਦੇ ਵਿੱਚ ਇੱਕ ਬਚਨ ਹੁੰਦਾ ਹੈ, ਖਸਮ ਵਿਸਾਰੈ ਤੇ ਕਮਜਾਤ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਤ। ਜਿਸ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਉਹ ਉਦੋਂ ਵੱਡਾ ਨੀਚ ਜਾਤ ਵਾਲਾ ਕੌਣ ਹੈ। ਦੂਜੇ ਪਾਸੇ ਇੱਕ ਸ਼ਬਦ ਹੋਰ ਆਪਾਂ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਮਹਾਰਾਜ ਜੀ ਨੇ ਜਾਤ ਉੱਚੀ ਕਰਕੇ, ਕਰਮ ਕਰਕੇ, ਕਬੀਰ ਸਾਹਿਬ ਕਹਿੰਦੇ, ਕਉ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹੀ ਬ੍ਰਾਹਮਣ ਹੈ। ਗੁਰੂ ਰਾਮਦਾਸ ਜੀ ਦੇ ਇਸ ਬਚਨ ਨੂੰ ਧਿਆਨ ਨਾਲ ਸੁਣਿਓ। ਇਹ ਬਚਨ ਹੈ, ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ। ਮੇਰੀ ਇੱਛਾ ਸੀ ਵੀ ਅੱਜ ਗੁਰੂ ਰਾਮਦਾਸ ਕੀ ਕਹਿ ਰਿਹਾ ਜੀ ਸਾਨੂੰ। ਕਹਿੰਦੇ ਨੇ ਜਾਤ ਕਰਕੇ ਕੋਈ ਨੀਵਾਂ ਹੋਵੇ, ਪਰ ਕਹਿੰਦੇ ਜਿਹੜੇ ਨੀਵੀਂ ਜਾਤ ਦੇ ਸਨ ਉਹ ਉੱਚੀਆਂ ਪਦਵੀਆਂ ਤੇ ਪਹੁੰਚ ਗਏ। ਕਿਵੇਂ ਪਹੁੰਚੇ? ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਪ ਕੇ। ਤਿੰਨ ਉਦਾਹਰਨਾਂ ਦੇ ਵਿੱਚ, ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ। ਫਿਰ ਬੇਨਤੀ ਹੈ, ਬਿਦਰ ਦਾਸੀ ਦਾ ਪੁੱਤਰ ਹੈ ਜੀ, ਜਿਨ੍ਹਾਂ ਨੇ ਦੇਖੀ ਮਹਾਭਾਰਤ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਜੀ। ਬਿਦਰ ਦਾਸੀ ਦਾ ਪੁੱਤਰ ਹੈ। ਇਹਦਾ ਗੁਰੂ ਗ੍ਰੰਥ ਸਾਹਿਬ ਵਿੱਚ 2-3 ਵਾਰੀ ਹਵਾਲਾ ਆਇਆ। ਕਿਹਾ ਜਾਂਦਾ ਹੈ ਖਸਤਨਾਪੁਰ ਸ਼੍ਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਉਂਦੇ ਆ, ਤੇ ਦੁਰਯੋਧਨ ਨੂੰ ਹੰਕਾਰ ਹੈ ਕਿ ਮੇਰੇ ਕੋਲ ਹਾਥੀ ਘੋੜੇ, ਮੇਰੇ ਕੋਲ ਇਹਨਾਂ ਪਦਾਰਥ, ਪਰ ਕ੍ਰਿਸ਼ਨ ਜੀ ਦੁਰਯੋਧਨ ਦੇ ਘਰ ਨੂੰ ਛੱਡ ਕੇ ਬਿਦਰ ਦਾਸੀ ਦੇ ਪੁੱਤਰ ਘਰ ਚਲੇ ਜਾਂਦੇ ਆ। ਤੇ ਜਦੋਂ ਦੁਰਯੋਧਨ ਨੂੰ ਪਤਾ ਲੱਗਦਾ ਹੈ ਤੇ ਉਹ ਇਸ ਗੱਲ ਦਾ ਰੌਲਾ ਪਾਉਂਦਾ ਜੀ, ਦੇਖੋ ਤੁਸੀਂ ਰਾਜ ਭਾਗ ਛੱਡ ਕੇ, ਭੀਸ਼ਮ ਨੂੰ ਛੱਡ ਕੇ, ਦ੍ਰੋਣਾਚਾਰ ਨੂੰ ਛੱਡ ਕੇ ਤੁਸੀਂ ਇੱਕ ਦਾਸੀ ਦੇ ਪੁੱਤਰ ਦੇ ਘਰ ਚਲੇ ਗਏ। ਉੱਥੇ ਫਿਰ ਕ੍ਰਿਸ਼ਨ ਜੀ ਅੱਗੋਂ ਉੱਤਰ ਦਿੰਦੇ ਆ, ਦੁਰਯੋਧਨ, ਇਹਨੂੰ ਇਸ ਸ਼ਬਦ ਦੀ ਵਿਆਖਿਆ ਕਬੀਰ ਸਾਹਿਬ ਦੀ ਬਾਣੀ ਵਿੱਚ ਵੀ ਹੈ, ਜੋ ਮਹਾਰਾਜ ਕਹਿ ਰਹੇ ਆ ਨਾ, ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਜਾਏ। ਉਹਦੇ ਵਿੱਚ ਮਹਾਰਾਜ ਕਹਿੰਦੇ ਆ ਕਿ ਦੁਰਯੋਧਨ ਨੂੰ ਉੱਤਰ ਦਿੰਦੇ ਨੇ ਕ੍ਰਿਸ਼ਨ ਜੀ, ਕਹਿਣ ਲੱਗੇ, ਸੁਣ ਦੁਰਯੋਧਨ, ਤੇਰੇ ਘਰ ਵਿੱਚ ਹਾਥੀ ਘੋੜੇ ਨੇ, ਤੇਰੇ ਘਰ ਵਿੱਚ ਖੀਰ ਹੈ, ਤੇਰੇ ਘਰ ਵਿੱਚ ਚੰਗੇ ਪਕਵਾਨ ਨੇ, ਤੇਰੇ ਘਰ ਵਿੱਚ ਪਲੰਗ ਨੇ, ਤੇਰੇ ਘਰ ਵਿੱਚ ਦਾਸ ਤੇ ਦਾਸੀਆਂ ਨੇ, ਪਰ ਕਹਿੰਦੇ ਤੇਰੇ ਘਰ ਦਿਲ ਨਹੀਂ ਕਰਦਾ ਜਾਣ ਨੂੰ। ਤੇਰੇ ਘਰ ਗਿਆ ਰੱਬ ਭੁੱਲਦਾ ਹੈ, ਪਰਮਾਤਮਾ ਭੁੱਲਦਾ ਹੈ। ਇਹ ਭਾਵੇਂ ਝੌਂਪੜੀ 'ਚ ਰਹਿੰਦਾ, ਇਹਦੇ ਘਰ ਬੈਠਿਆਂ ਸਾਨੂੰ ਪਰਮਾਤਮਾ ਚੇਤੇ ਆਉਂਦਾ ਹੈ। ਫਿਰ ਦੇਖੋ ਇਹ ਸ਼ਬਦ ਹੈ ਕਿ ਨੀਚ ਜਾਤ ਹਰ ਜਪਤਿਆਂ, ਇਹਦੀ ਵਿਆਖਿਆ ਭਗਤ ਕਬੀਰ ਸਾਹਿਬ ਦੇ ਸ਼ਬਦ ਵਿੱਚੋਂ ਲੱਭੇਗੀ। ਮਹਾਰਾਜ ਜੀ ਦਾ ਬਚਨ ਹੈ, ਰਾਜਨ ਕੌਣ ਤੁਮਾਰਾ ਆਵੇ। ਮੈਂ ਥੋੜਾ ਜਿਹਾ ਪਾਠ ਲੈ ਲਿਆ, ਗੁਰੂ ਰਾਮਦਾਸ, ਕਬੀਰ ਸਾਹਿਬ, ਭਗਤ ਰਵਿਦਾਸ ਜੀ। ਰਾਜਨ ਕੌਣ ਤੁਮਾਰਾ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ। ਇਹ ਮੈਂ ਗੁਰੂ ਗ੍ਰੰਥ ਸਾਹਿਬ ਚੋਂ ਬੇਨਤੀ ਕਰ ਰਿਹਾ ਜੀ, ਪਲੀਜ਼, ਕਿਉਂਕਿ ਜਿਹੜੇ ਪਾਠ ਕਰਦੇ ਨੂੰ ਪਤਾ ਹੈ। ਉਂਝ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਕੋਈ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ, ਭੀਖਮ ਦਰੋਣਾ ਕਰਨ ਛੱਡ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੰਗੀ ਜਾਏ ਵਲਾਇਨ ਸਭਨਾ ਜੀ ਅੰਦਰ ਧੁੱਖਾ। ਅੱਗੇ ਕਹਿੰਦੇ ਖਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਉੱਥੇ ਕਹਿੰਦੇ ਗੱਲ ਚੇਤੇ ਰੱਖਿਓ, ਰਾਜਨ ਗੱਲ ਸੁਣ ਦੁਰਯੋਧਨ, ਮੈਂ ਤੇਰੇ ਘਰ ਤਾਂ ਨਹੀਂ ਆਇਆ, ਤੇਰੇ ਕੋਲ ਪਦਾਰਥ ਨੇ ਪਰ ਤੇਰੇ ਕੋਲ ਭਾਵਨਾ ਕੋਈ ਨਹੀਂ।
गुरु रामदास एडी वड्डी गल कह रहे, सिखो एक उदाहरण दिती ना बिदर दी। ਇਹਦਾ मतलब ਇਹ कली कहानी नहीं कि जिवें दुर्योधन ਨੂੰ बिदर कह रहे ने, ये वै कृष्ण जी कह रहे ने, भाओ जवेगा बिदर दे खोरी दे चित चाओ न चुखा, तेरे भाओ न दिसे मेरे नाही आप दा दुखा। अगे कहने गोविंद भाओ भगत दा भुखा वो चेते रखी, परमात्मा प्रेमा भगती दा भुखा है। उसे गल नूं गुरु रामदास कहंदे सिखो अंदर प्रेमा भगती पैदा कर लो, परमात्मा नीवी जात वालियां नूं उच्चा चुक दिंदा है। नीच जात हर जपतियां उत्तम पदवी पाए। पुछो महाराज ने, वेखो मैं तां साखी कर रहा, पुछो कहंदे पुछ लो जाके किदे तो जी, बिदर दासी सुता, दासी दे पुत्र बिदर तो पुछो। किशन उतरिया घर जिस जाए, जे ओनू पूछिए ते ओ भगत कबीर साहब कह रहे, राजन कौन तुम्हारा आवे, ऐसो भाओ बिदर को देखियो, ओए गरीब मोए भावै, हस्ती देख भरम ते भूला, श्री भगवान ना जानिया, तुमरो दूध बिदर को पानी। वैगुरु कहने तेरे घर दुध गोका, गोका समझ आपां पेंडू बंदे समझ ना गां दा, ओदे घर च पानी, ਉਹ तेरे घर दे दुध नालों तां भावना वाले दे घर दा पानी चंगा है। तेरे घर खीर, ओदे घर साग, तुमरो दूध बिदर को पानू, अमृत कर मैं मानिया, खीर समान साग मैं पाया, गुण गावत रहन बेगानी। कहने ते ओदे घर अलूना साग, तेरे घर खीर, तेरे घर खीर खांदा, मंजे ते बहिंदा, सारी रात तू अपने खौमे दे सोहले गाने सन, ओदे घर अलूना साग ते घड़े दा पानी पीता, सारी रात वाहिगुरू जी दी याद विच उड़े। तुमरो दूध बिदर को पानो, अमृत कर मैं मानिया, खीर समान साग मैं पाया, गुण गावत रहन बिहानी, कबीर को ठाकुर आनंद बनोदी, जात ना कहूं की मानी। मैं फिर बेनती करा, गुरु रामदास कहने भाई पुछो जाके बिदर नूं, नीवी जात सी पर कृष्ण उहदे घर चले गए। एक उदाहरण सिर्फ दो होर देंगा। मेरी इच्छा है भी गुरु रामदास भगती ते बहुत जोर देंदे। इत्थों तक मैं एक साल इत्थे बेनती की, साडे इतिहासकार महाराज का जो स्वरूप दसदे ना, ज्ञानी ज्ञान सिंह लिखते आ कि गुरु रामदास जी का मत्था बहुत चौड़ा सी जी, दाड़ा बहुत लम्मा सी, ये तो सारी आप जानने। एक साडा इतिहास कहता है कि गुरु रामदास के स्वरूप च ना जी, उन्हां दे नेत्र कदी सुक्के नहीं सन, नेत्र भिजे रहिंदे सन। इतिहासकारां ने लिखिया जल नाल पूरत रहिंदे सन, पानी नाल पूरत रहिंदे सन। भाई साहब आ गए। वेखो मैं कहना ये इतिहासकार कहंदा उन्होंने पानी दिसदा है, ते गुरु रामदास जी नूं पुछो कहंदे नहीं ओ गुरमुखो मेरियां अखां च पानी नहीं, ये वाहिगुरू दे दिते हुए नाम अमृत नाल भिजे रहिंदे। तुसीं रोज पढ़दे हो हर अमृत भिन्ने, ये अपना तजर्बा कह रहे हैं महाराज, किसी दूजे दा नहीं। हर अमृत भिन्ने लोयना मन प्रेम रतन्ना, राम राजे मन राम कसवट्टी लाया, कंचन सुवीना गुरमुख रंग चलू लिया। मेरा मेरा क्या है, मेरा मन तनो भुन भिन्ना, जन नानक मुश्क झकोलिया, सब जन्म धन तन्ना। गुरु रामदास दे नेत्रां च सच्चे पिता जी, उन्हां दे नेत्रां च नीर नहीं, उन्हां दी तां देवरी अमृत दी है। गुर अमृत भिन्नी देवरी, अमृत बुरके राम राजे। प्यारिओ वो कहते अमृत न भिजे ने, कदी भी नेत्र सुके नहीं, नाम अमृत न भिजे ने। महाराज ने अगला बचन क्या, थोड़ा फिर बेनती सुनियो। महाराज कहते ने रविदास चमार उस्तत करे। फिर गल ध्यान नाल सुनियो, मैं बेनती कर रहा सिफत में कितनी वड्डी ताकत है। जेड़ा बंदा तय दिलों सच्चे दिलों परमात्मा की भगती कर लग पै ना, भावें कखां की कुल्ली विच रहिंदा होवे, वो सारी सृष्टि का मालक है। तो जिहड़ा सारी सृष्टि ते राज करना चाहे, जे बंदगी कोई नहीं, वो गंदगी का कीड़ा है। गुरबाणी का ये फरमान है। महाराज जी ने कहा रविदास चमार उस्तत करे। चम का काम करने वाले जिन्होंने चमार कहा जाता सी, वो परमात्मा की उस्तत करते हैं। हर कीरत निमक एक गाए, वो निमक निमक करके परमात्मा की कीर्ति करते हैं। पतित जात इत्थे फिर ध्यान नाल सुनियो, कई क्योंकि अजकल बड़ा बड़ा मेरे ते भी एक मुश्किल जी आ गई, चलो मैं स्टेज ते नहीं कहना क्योंकि सियासत होंदी है हर चीज़ ते।
इत्थे पतित जात दा अर्थ गुरु साहब पतित नहीं कह रहे, जिन्हां लोकां ने पतित किया। गुरबाणी च दो तरह के पत्तां दा जिक्र है, एक कर्म करके पतित ने, अजामल ब्राह्मण है पर महाराज कहते पतित हो गया, वो कर्म करके पतित है। इन्हां नूं जात करके उच्ची जात वालियां ने पतित किया। पर गुरु ग्रंथ साहिब विच तां एक शब्द आउंदा है, भगत कबीर साहब कहते मैं जुलाहा, जात जुलाहा मत का तूर तीर। भगत नामदेव कहते आ मैं छिंबा छिपे के जन्म काहे को आया, ते गुरु अमरदास कहते नहीं नहीं, ये दोनों ब्राह्मण ने। नामा छिंबा, कबीर जुलाहा, पूरे गुर ते गत पाई, ब्रह्म के बेटे, ब्रह्म के बेटे ये ब्राह्मण हैं। ब्रह्म के बेटे शब्द पछाणे खौमै जात गवाई, सुर नर तिन की बाणी गावे कोई ना मेटे पाई। मेरी गल फिर ध्यान नाल सुनियो गुरमुखो, जेड़ा बंदा जिन्हों पतित कहंदे सन, पतित जात उत्तम भया, चार वर्ण पै पग आए, भगत रविदास महाराज जी दे चरनां च ब्राह्मण भी झुकिया, खत्तरी भी झुकिया, वैश्य भी झुकिया, ते गुरु रामदास कहंदे शूदर उहदे पैरां झुक गया। ये भाई सिखो फिर तुसी क्यों नहीं बंदगी करदे, जेड़ा बंदगी इन्ना उच्चा चुकल जाती है। मैं फिर अर्ज करा, भाई नंद लाल साहब उन्हां दा जिंदगी नामे च एक शेर है, वो कहंदे ने घर बुजुर्गी बायदत कुन बंदगी, बंदगी कुन बंदगी कुन बंदगी। वो चलो मैं पंजाबी च आप अर्थ कर लेने, दर लिबासे बंदगी शाही तुरास्त, बंदा ही योर मानदा भी किसी सरकार तो मैडल मिल जाए, इस तरह ना उच्चा रुतबा मिलता है। भाई नंदलाल साहब कहते आ, वो सिखो जिन्हों गुरु ने बंदगी का चोला दे दिता, उत्ते पूर्णमाशी का राज चंद्रमा सी, ते समुंदर जेड़ा तुहानूं पता है पूर्णमाशी नूं जवार भाटा हुंदा। भाई नंदलाल साहब कहते आसमान ते चंद्रमा, थले पताल भी समुंदर, कहन लगे समुंदर की तय तो लैके ते चंद्रमा तक जिन्नियां ताकतां ने उहदे पैरां भी झुक जांदियां ने, जिन्हों गुरु बंदगी का चोला दे दिंदा है। दर लिबासे बंदगी शाही तुरास्त, दौलते अज माहा के माही तुरास्त। एक शब्द माहा, एक माही, एक दर ते मच्छी, एक दर ते चंद्रमा। इहदा भाव है आसमान तो लैके समुंदर की तह तक हर चीज। गुरु रामदास बचन कर रहा कि रविदास चमार उस्तद करे, हर कीर्त निमख एक गाए, पतित जात उत्तम भया, चार वर्ण पै पग आए। एक मैं होर इत्थे बेनती करा, भगत रविदास महाराज जी दे 40 शब्द ने जी गुरु ग्रंथ साहिब च, 40 शब्द ने ना, ये ग्रंथ विचों ते पंथ निकलिया जी। मेरी गल सुनियो ध्यान नाल, फिर आप जी कहोगे किवें, इत्थे गुरु साहब ने किते नहीं लिखिया बाणी रविदास चमार जी, किते लिखिया नहीं। इको गल कहंदे बाणी भगत रविदास जी की, बाणी भगत कबीर जियो की, बाणी भगत नामदेव जियो की। ये सारे शब्द वरदे हमारे सच्चे पातशाह। पर मैं आपनूं बेनती करा कि गुरु ग्रंथ साहिब विच चाहे कोई पिछों चमार सी, पिछों जुलाहा सी, चाहे भावें कोई पिछों खत्तरी सी, पर गुरु साहब जी ने कृपा की। भाई साहब चले हो, अच्छा, महाराज ने इन्नी कृपा की, इन्हां सारियां दे बचनां नूं ग्रंथ विच थां दे दित्ती। ध्यान नाल सुनियो, वो गुरु ग्रंथ साहिब बन गए, गुरु ग्रंथ साहिब बन गए। जिदन दशमेश ने पंजां दे सीस मंगे, खत्तरी आया, जट आया, जाट आया, चिऊर आया, नाई आया। मैं आपनूं बेनती जी कर लगा, इनू पहले जन्म नाल जोड़ के देखियो। पहली जी जात सी अमृत छकन तो पहला, सारियां नूं खंडे बाटे दी पौल दे के गुरु गोबिंद सिंह जी ने गुरु पंथ बना दिता। याद रखियो, गुरु ग्रंथ दे शब्द विचों गुरु पंथ निकलदा है। भगत रविदास साहब जी एक शब्द है, बिहार विच एक रुख है जी ताड़ी दा, इहदे बारे कहा जांदा इह चों नशा निकलदा ताड़ी चों। शास्त्र कहंदा यह पवित्र है, पर उसे रुख दा कागज बनदा है, ਉਹਦੇ रुख दे कागज ते तुसी राम नाम लिख दिओ ना, सारे मत्थे टेकदे आ। भगत जी कहंदे ने वाहिगुरू जी, जात तां मेरी पशु ढोण वालियां दी है, पर ये राजे मत्था तां टेकदे आ क्योंकि रविदास दे सीने ते राम नाम लिखिया गया है। मेरी जात कुट बांड ला,
ए तरतार अपवित्र कर मानिया रे, जैसे कागरा करत विचारंग, भगत भगौत लिखिया तै ऊपर पूजिया कर नमस्कारंग। मेरी जात कुट बांडला, ढोर ढवंता नितै बनारसी आस पासा। कहने अज की है, अब विपर प्रधान ਜਿਹੜੇ ਪ੍ਰਧਾਨ ਪੰਡਿਤ ਨੇ, ਟੌਪ ਦੇ ਪੰਡਿਤ ਨੇ, ਭਗਤ ਜੀ ਕਹਿੰਦੇ ਨੇ ਮੈਨੂੰ ਮੱਥੇ ਪੈ ਟੇਕਦੇ ਆ। ਅਬ ਵਿਪਰ ਪ੍ਰਧਾਨ ਤੇ ਕਰਾਂ ਡੰਡੌਤ, ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ। ਗੁਰੂ ਰਾਮਦਾਸ ਦੇਖੋ, ਮੈਂ ਤੁਹਾਨੂੰ ਉਦਾਹਰਨਾਂ ਬਾਣੀ ਦੇ ਰਿਹਾ। ਕਹਿੰਦੇ ਬਿਦਰ ਉੱਚਾ ਹੋ ਗਿਆ, ਰਵਿਦਾਸ ਉੱਚੇ ਹੋ ਗਏ। ਤੀਸਰਾ ਸ਼ਬਦ ਵਰਤਿਆ, ਨਾਮ ਦੇ ਪ੍ਰੀਤ ਲੱਗੀ ਖਰ ਛੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਖਰ ਨਾਮ ਦਿਓ ਲਿਆ ਮੁਖ ਲਾਏ। ਨਾਮਦੇਵ ਜੀ ਦੀ ਪ੍ਰੀਤ ਵੈਗੁਰੂ ਨਾਲ ਬਣੀ, ਖੱਤਰੀਆਂ ਨੂੰ ਬ੍ਰਾਹਮਣਾਂ ਵੱਲ ਪਿੱਠ ਕਰ ਲਈ। ਕਿਹੜੀ ਥਾਂ ਤੇ ਜੀ ਪਿੱਠ ਕੀਤੀ? ਇਹ ਵੀ ਇੱਕ ਸਵਾਲ ਹੈ ਨਾ, ਕਿਹੜੀ ਥਾਂ ਤੇ ਪਿੱਠ ਕੀਤੀ? ਇਹ ਮਹਾਰਾਸ਼ਟਰ ਚ ਮੰਦਿਰ ਹੈ ਜੀ ਇੱਕ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਖਰ ਨਾਮ ਦਿਓ ਲਿਆ ਮੁਖ ਲਾਏ। ਉਹ ਹੈ ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ जात मेरी जाद मराया, छिपे के जन्म काहे को आया, ले कमली चलियो पलटाए, द्योर है पातशाह बैठा जाए, ज्यों ज्यों नामा हर गुण उचरै, भगत जना को द्योरा फिरै। पुजारी वेंदे रहे, मेरे कहन तो मुराद गुरु रामदास एक गल ते जोर दे रहा, भाई सिखो तुसी बाणी पढ़ो, परमात्मा दा नाम जपो, ओदे नाम विच इन्नी को वड्डी ताकत है प्यारिओ, जिन्हों कोई नहीं जानता, नाम उन्होंने बहुत उच्चियां कर दिंदा। अगली गल, उच्चियां दा अर्थ हंकारी नहीं, जिन्होंने नाम उच्चियां करदा है ना जी, वो फिर सब दे चरनां दी धूड़ बन के रहिंदे आ। हैन आत्मक तौर ते उच्चे, पर सब दे चरनां दी धूड़ बन के रहिंदे आ। धन गुरु रामदास सच्चा पातशाह किरपा करे जी। मेरी फिर बेनती है कि आपां खुद बाणी पढ़ीए, अमृत दी दात लईए। गुरमुखो ज़्यादा नहीं तो ना जेडे नहीं अजे चले, एवें दबके मारी जाने भी, दबकियां नाल नहीं सिक्खी। वैगुरू साडा सुभाਅ है ना, मैक पकड़िया तू दुष्ट हो गया, तू पापी हो गया, तू डुब गया। वो बंदा जिहड़ा आके मत्था टेकन आ गया बेचारा, जे आ ही गया आपां जबान नाल डांगा मार मार के क्यों बाहर कड्ढी जाने। आ धर्म प्रचार दो तरीकों नाल, एक डांगा नाल करदे, एक जीव दी डांग नाल करदे। मैं तो इत्थों तक कहना, मेरी गल दा ਸਿੰਘੋ जी ने अमृत छकिया, गुस्सा ना करियो। जेड़ा बंदा दारू भी पी के बाहर पींदा है, ते जे किते दारू पी के अंदर नहीं, दारू पीण वाला बंदा भी जे संगत विच आके मत्था टेकदा, चांस दियो, पीण वाला कह मैं ना के पी के आए। जेड़ा बंदा डिग चुका है, जे गुरुद्वारे आउंदा उहनूं घुट के सीने ना लाओ, ओदी दारू छुट जाओ, गुरु ग्रंथ साहिब दी बाणी नाल जुड़ जाए। अटैचमेंट ही डिटैचमेंट पैदा करेगी। मैं इस एक बार कह के गया सा, 25-30 साल 25-26 साल ਜਾਂ बेटी मापियां दे घर रहिंदी है, दिल नहीं करदा मां दा घर छड्डण नूं। जिदन पति दे लड़ लग के पति दी सेज मानदी है, उदन मापियां दा घर छुट जांदा। गुरमुखो जिदन गुरु रामदास दी बाणी नूं मान लिया ना, उदन दुनिया दा नशा अपने आप ही छुट जाना। मेरी फिर अर्ज है, ये इस तरह दबके मार के नहीं गल चलनी। इनू ये सच्चाई ठीक है। ये मैनू ये कह देंगे पिंदरपाल सिंह बड़ा तत्ता बोलता जी, सच बोलता जी। मैनू सब का पता किहड़े किहड़े सच बोलते आ। पिट्टेवन साहब बैठे सारिਆਂ ਦੇ सच का पता है, दफ्तर च किहड़ा सच बोलते आ, स्टेजां ते किहड़ा सच हुंदा। इस करके ना आपां दो तरह की जिंदगी ना जीए। माड़े हाँ तो कह दिए सच्ची मुच्ची माड़े हाँ जी। मैं कल रात कहा प्रोफैसर पूरन सिंह पढ़िया जाता सी पहला, अजकल तो मेरा ख्याल शायद MA दियां किताबां च जां लिटरेचर वाली पढ़ते आ। प्रोफैसर पूरन सिंह नूं ओहदी गुरमत ते लिखे लेख पढ़ के देखी, उन्हें गल कही है। वो कहंदा एक बारी नच्चण वाली तुरी जाती सी, नृत्य करन वाली, उन्हें पैरां च घुंघरू पाए, वो तुरी जाती है ते रस्ते च एक मौलवी बैठा हैदरी रंग दे हरे कपड़े पा के। कईयां बंदियां दी आदत हुंदी है जी, वो बंदियां नूं चार बंदियां च टोकदे आ धर्म दे नां ते। याद रखियो वो इस करके टोकदे आ लोकां च पता लग जा मैं बहुत धर्मी हाँ। ये धर्म थोड़ा है। ये कईयां दे घरां च बड़ा सुभाਅ है जी। एक बंदा पानी पढ़दा होवेगा, दूजे जे कोई अमृतधारी इहनूं दिओ जी समाते तां मनमुख है जी।
ये तो बेमुख दे जी, वो बिल्कुल नेड़े कोई लगना जिहड़ी बेइज्जती करने पे आप। वो लंघी जाती सी, सब नूं पता सी नच्चण वाली पैरां च घुंघरू पाए। वो लंघदे उन्हें अपनी डैश बनाई जी हौमे च। वो कहंदा तू कौन है, नहीं इस तरह शब्द वरते, नच्चण वाली कौन है तू। वो भी खलोगी, कहन लगी वे मुल्ला मैं नाची हाँ। सुनियो गल, कहंदी मैं नाची हाँ, पैरां च घुंघरू पाए ने, तेनू दिसदा नहीं जो मैं करनी आ, वो कुछ विखावा करनी आ, मेरे पैरां च घुंघरू ने ते मैं नाची हाँ। तू जड़ा अंदरों बैठा, तू अपनी ईमानदारी नाल दस, तू मुल्ला है भी है कि नहीं। गल ध्यान नाल सुनियो, वो कहंदी जे मैं नाची खां ते सारी दुनिया नू पता है नाची हाँ, तू बेईमान है, तू बाहरों बांगा देंदा, अंदर तेरा वासना विच प्रवृत्त है, जेड़े कपड़े तू पाए ने इहदे मुताबिक तेरा जिंदगी नहीं हैगी, तेरा जीवन नहीं हैगा। इस करके मेरी बेनती है भाई, स्टेजां ते कल्पन दी थां तुहाडे, हुण मैं भाई सुरजीत सिंह नूं कह रहा सां कि बाबा दीप सिंह जी दे किन्ना इकट्ठ, चुपहरे कट्टे जांदे। मैनू किसी ने कहा भाई साहब जी ये बारे बोलो जी, ये परपंच हो गया। मैं कि एक पासे रौला पाई जाते, कन्वर्ट हो रहा सब कुछ, करामातां नाल ही कर रहे हैं। करामातां कादियां ने जी, आ कर दिता। मैं किसी के बरखिलाफ नहीं कह रहा, पर सच्चाई है। गुरमत विच सब तो वड्डी करामात है, 5 दिन गुरु अर्जुन देव नूं रज के तसीहे दिते। स्वाद तां कोई तत्ती तवी ते बह के करामात करके दिखाए, कोई डुला सके। तुहाडे नेड़े भाई तारू सिंह 22 दिन खोपरी तो बिना रहा है। भाई साहब 22 दिन कहा जाता खोपरी तो बिना रहे। भाई मनी सिंह जी का बंद बंद कटिया गया। मैं इस करके बेनती करना, गुरमत जिहड़ी दात देंदी है वो केवल नाटक चेटक नूं कोई थां नहीं देंदी। हुण तुहाडे नेड़े जिहड़े गुरुद्वारे ने, इतिहासक गुरुद्वारे ने किन्ने ने जी, जे उत्थे किसे बंदे ने अरदास की और अरदास सुनी गई, उन्होंने लोकां तक दसो, सच उन्होंने कहो भाई इनू इतों खैर पई है। याद रखियो जो संगत के काफले बन के उत्थे गुरु गुरु जपन लग पैणगे ना, बाणी ने अपने आप ही झोलियां भर देनियां। मैं तां कह रहा, मैनू किसी क्या फोन करके, भाई साहब जी तुहाडी संगत सौंदी, तुसीं कहो। मैं कहा जे ऐतवार आके 3 घंटे चौंकड़ा मार के सड़क ते बह के बाणी पढ़ रहा है, तेनू चंगा लगता जे 3 घंटे ताश खेडी जाएगा। तो देखो मेरी बेनती, जे आप खंडन मंडन, मैनू सच है जे 1000 बंदा सुखमनी साहब पढ़ रहा है, जपजी साहब पढ़ रहा है, वो घट्टो घट गुरमुखो हफ्ते बाद आया है, गुरु नानक साहब की बाणी उन्होंने खिंच पाएगी, वो रोज आना शुरू हो जाएगा। इस करके आप यतन करिए, वध तो वध बाणी नाल सिमरन नाल जुड़िए।